हाँ जी, जितों नेक्स्ट बेटा शुरू कर रहे हैं, ठीक है। वो कल वाला टॉपिक ही अपना फ्रिक्शन। फ्रिक्शन ਅਸੀਂ डिफाइन ਕੀਤਾ ਸੀਗਾ, ਕਹਿੰਦਾ ਜੀ इट इज एन अपोजिंग फोर्स which always comes into play when one body is actually or कहंदा जी try to move over the surface of another। यानी ਜਦੋਂ बॉडी दूजी ਸਰਫੇਸ ਤੇ मूव करती है या ਕਰਨ ਦੀ ਕੋਸ਼ਿਸ਼ कर रही है, उस मूवमेंट ਤੇ बॉडी ਤੇ ਜੇ एक्सटर्नल फोर्स लगती पई है ਤੇ ਅਸੀਂ ਕਹਿੰਦੇ ਜੀ ਉਸ ਇਨਸਟੈਂਟ ਤੇ ਬੋਡੀ ਤੇ ਜਿਹੜੀ ਰਿਟਾਰਡਿੰਗ ਫੋਰਸ ਲੱਗੇਗੀ, ਉਸ ਬੋਡੀ ਦੀ ਮੋਸ਼ਨ ਨੂੰ ਅਪੋਜ਼ ਕਰਨ ਵਾਲੀ ਜਿਹੜੀ ਫੋਰਸ ਹੋਏਗੀ, ਉਹ ਫੋਰਸ ਮੇਰੀ ਜਿਹੜੀ ਆ ਉਹ ਫ੍ਰਿਕਸ਼ਨਲ ਫੋਰਸ ਆ। ਤੇ ਉਹਦੇ ਚ ਬੇਟਾ ਆਪਾਂ ਕੱਲ ਇੰਨੀ ਗੱਲ ਕੀਤੀ ਸੀਗੀ ਕਿ ਵੀ ਫ੍ਰਿਕਸ਼ਨ ਨੂੰ ਐਕਸਪਲੇਨ ਕਰਨ ਲਈ ਕਿ ਫ੍ਰਿਕਸ਼ਨ ਕਿਉਂ ਡਿਵੈਲਪ ਹੁੰਦੀ ਆ, ਫ੍ਰਿਕਸ਼ਨ ਦਾ ਕਾਜ਼ ਕੀ ਆ, ਹਨਾ। ਉਹਦੇ ਲਈ ਸਾਡੇ ਕੋਲ ਦੋ ਵਿਊ ਆ, ਯਾਨੀ ਦੋ ਉਹਨੂੰ ਆਪਾਂ ਐਕਸਪਲੇਨੇਸ਼ਨ ਦਿੰਨੇ ਆ। ਪਹਿਲੋ ਹੈਗੀ 올ਡ ਥਿਊਰੀ। ओल्ड थ्योरी के अकॉर्डिंगली ये सीगा कि भी फ्रिक्शन ਲਈ बेसिकली रिस्पोंसिबल दो चीज़ां ने। नंबर वन, रिलेटिव मोशन बिटवीन द टू लेयर्स इन कॉन्टैक्ट। मैं कल एग्जांपल दी सी, आ हाथ जो हाथ दिते सी स्लाइड कराने मूव कराने ना, ते इहदे हाथ दे जिहड़े मॉलिक्यूल्स ने ते इहदे हाथ दे जिहड़े मॉलिक्यूल्स ने, ਇਹ ਦੋ ਸਰਫੇਸਿਸ ਇੱਕ ਦੂਜੇ ਦੀ ਮੋਸ਼ਨ ਨੂੰ ਅਪੋਜ਼ ਕਰਦੀਆਂ। ਤੇ ਜਦੋਂ ਇੱਕ ਦੂਜੇ ਦੀ ਮੋਸ਼ਨ ਨੂੰ ਅਪੋਜ਼ ਕਰਦੀਆਂ ਤੇ ਸਾਡਾ ਵਰਡ ਆ ਜਾਂਦਾ ਰਿਲੇਟਿਵ ਮੋਸ਼ਨ, ਕਿ ਵੀ ਇਹਦੇ ਰਿਸਪੈਕਟਿਵਲੀ ਇਹਦੇ ਰਿਲੇਟਿਵਲੀ ਇਹ ਬੋਡੀ ਆਪਣੀ ਮੋਸ਼ਨ ਬਿਲਟ ਅਪ ਕਰਨਾ ਚਾਹ ਰਹੀ ਹੈ ਤੇ ਇਹ ਥਰਡੀ ਬੋਡੀ ਉਹਦੀ ਮੋਸ਼ਨ ਨੂੰ ਰਿਟਾਰਡ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੇ ਜੇ ਥਰਡੀ ਮੂਵ ਕਰਨਾ ਚਾਹ ਰਹੀ ਹੈ ਤੇ ਉੱਪਰਲੀ ਰਿਟਾਰਡ ਕਰਦੀ ਹੈ। ਇਹਦਾ ਮਤਲਬ ਅਸੀਂ ਕਹਿੰਦੇ ਕਿ ਵੀ ਰਿਲੇਟਿਵ ਮੋਸ਼ਨ ਬਿਟਵੀਨ ਦ ਟੂ ਸਰਫੇਸਿਸ, and that is the basic cause for friction। सेकंड बेटा ਅਸੀਂ ਨਾਲ ਉਹਦੇ ਚ ਇੱਕ ਕੰਡੀਸ਼ਨ ਦਿੱਤੀ ਸੀਗੀ ਇੱਕ ਹੋਰ, ਕਹਿੰਦਾ ਜੀ ਜਿਹੜੀ ਬੋਡੀ ਦੀ ਸਰਫੇਸ ਹੋਏਗੀ, ਯਾਨੀ ਨੇਚਰ ਆਫ ਅ ਸਰਫੇਸ ਜਿਹੜੀ ਹੋਏਗੀ, ਹਨਾ, that decided ਕਿ ਵੀ ਬੋਡੀ ਤੇ ਫ੍ਰਿਕਸ਼ਨ ਹੋਏਗੀ ਮੂਵ ਕਰਨ ਲੱਗੇ ਕਿ ਨਹੀਂ ਹੋਏਗੀ। ਉਹਦੇ ਲਈ ਉਹਨੇ ਡਿਫਾਈਨ ਕੀਤਾ ਕਿ ਰਫਨੈਸ ਇਜ਼ ਦਾ ਮੇਨ ਕਾਜ਼ ਆਫ ਫ੍ਰਿਕਸ਼ਨ। रफनेस ਦੇ ਵਿੱਚ ਉਹਨੇ ਵਰਡ ਲਿੱਤੇ ਆ ਕਿ ਕੋਈ ਵੀ ਸਰਫੇਸ ਵਿੱਚ ਅਪੀਅਰ ਟੂ ਬੀ ਸਮੂਥ, ਕੋਈ ਵੀ ਸਰਫੇਸ ਜਿਹੜੀ ਮੈਨੂੰ ਐਸ ਸੱਚ ਸਮੂਥ ਅਪੀਅਰ ਹੁੰਦੀ ਪਈ ਆ, ਬੇਸਿਕਲੀ ਦੈਟ ਸਰਫੇਸ ਆਲਵੇਜ਼ ਕੰਟੇਨਸ ਅ ਲਾਰਜ ਨੰਬਰ ਆਫ ਕਹਿੰਦਾ ਜੀ ਡਿਪਰੈਸ਼ਨ ਐਂਡ ਕਹਿੰਦਾ ਜੀ ਹਮ। ਗੱਲ ਸਮਝ ਲੱਗਦੀ ਪਈ ਬੇਟਾ? ਯੈਸ ਸਰ, ਯੈਸ ਸਰ। ਅਸੀਂ ਇਹ ਕਿਹਾ ਕਿ ਵੀ ਜਿਹੜੀ ਸਰਫੇਸ ਮੈਨੂੰ ਐਸ ਸੱਚ ਲੱਗ ਰਿਹਾ ਕਿ ਵੀ ਇਹ ਸਮੂਥ ਸਰਫੇਸ ਆ, हना, वो कहना जी आ सरफेस ने चौक बॉक्स ने मेरे हाथ पे मूव करना, तो मैं कहना जी ये सरफेस पूरी स्मूथ है ना। पर कहना जी जे मैं माइक्रोस्कोपिकली ये सरफेस नो ऑब्जर्व करा तो वी साइड कहना जी इस सरफेस दे उत्ते इररेगुलर प्रोजेक्शंस हैगियां। ਅਸੀਂ ਉਹਨੂੰ ਕੱਲ ਇਸ ਬਿਨਾ ਦਿਖਾਇਆ ਸੀ ਕਿ ਵੀ ਜੇਕਰ ਆ ਮੇਰੇ ਕੋਲ ਐਸਾ ਜਿਸ ਮਿਲਨੇ ਕਿ ਵੀ ਆ ਸਰਫੇਸ ਅਪੀਅਰ ਹੁੰਦੀ ਹੈ ਕਿ ਵੀ ਇਦਾਂ ਹੋਏਗੀ, ਪਰ ਐਕਸਪੈਰੀਮੈਂਟਲੀ ਅਸੀਂ ਅਬਜ਼ਰਵ ਕਰਦੇ ਕਿ ਸਰਫੇਸ ਕੁਝ ਇਸ ਵੇ ਨਾਲ, यानी माइक्रोस्कोपिकली सरफेस इदां दी दिख रही है। तो कहना जी जो इदां दी सरफेस दे उत्ते कोई ऑब्जेक्ट मूव करदा ते जेड़ा ऑब्जेक्ट आ ओदी सरफेस दे उत्ते भी इन्नी इररेगुलरिटीज ने। इन्नी गल समझ लग रही? यस सर। ਜਿਹੜੀਆਂ ਦੋ ਸਰਫੇਸ ਕੰਟੈਕਟ ਆਈਆਂ, ਜਿੱਦਾਂ ਹੱਥ ਤੇ ਚੌਕ ਬਾਕਸ ਹੋ ਗਿਆ, ਇਹਦੇ ਥੱਲੇ ਤੇ ਇਹਦੇ ਉੱਪਰ ਅਸੀਂ ਕਹਿੰਦੇ ਜੀ ਇਰਰੈਗੂਲਰਿਟੀਜ਼ ਹੈਗੀਆਂ। ਉਹ ਕਹਿੰਦਾ ਫਿਰ ਜਦੋਂ ਇਹ ਇਰਰੈਗੂਲਰਿਟੀਜ਼ ਵਾਲੀ ਸਰਫੇਸ ਜਿਹੜੀ ਆ ਆ ਦੂਜੀ ਸਰਫੇਸ ਦੇ ਉੱਪਰ ਮੂਵ ਕਰਦੀ ਨਾ ਕਿਤੇ ਇਹਨਾਂ ਦੀ ਆਪਸ ਦੇ ਵਿੱਚ ਇੰਟਰਲੌਕਿੰਗ ਹੁੰਦੀ ਜਾਂਦੀ। ਮਤਲਬ ਇਹ ਸਰਫੇਸਿਸ ਇੱਕ ਦੂਜੇ ਦੇ ਨਾਲ ਇੰਟਰਲੌਕ ਹੁੰਦੀਆਂ ਜਾਂਦੀ। ਤੇ ਜਦੋਂ ਬੇਟਾ ਇੰਟਰਲੌਕ ਹੋ ਰਹੀਆਂ, ਯਾਨੀ ਇੱਕ ਤਰ੍ਹਾਂ ਬੌਂਡਿੰਗ ਹੋ ਰਹੀ ਹੈ, ਤੇ ਇਹਨਾਂ ਬੌਂਡਸ ਨੂੰ ਇਹਨਾਂ ਇੰਟਰਲੌਕਿੰਗ ਨੂੰ ਤੋੜਨ ਵਾਸਤੇ ਕਹਿੰਦਾ ਜੀ ਸਮ ਫੋਰਸ ਮਸਟ ਬੀ ਰਿਕੁਆਇਰਡ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਬੋਡੀ ਦੂਜੀ ਸਰਫੇਸ ਦੇ ਉੱਤੇ ਮੂਵ ਕਰਦੀ ਤੇ ਡਿਊਰਿੰਗ ਕਹਿੰਦਾ ਜੀ ਦੈਟ ਮੋਸ਼ਨ ਸਮ ਇੰਟਰਲੌਕਸ ਹੈਵ ਟੂ ਬੀ ਕਹਿੰਦਾ ਜੀ ਬਿਲਟ ਅਪ। ਇਸੇ ਲਈ ਅਸੀਂ ਇੱਕ ਵਰਡ ਯੂਜ਼ ਕਰਦੇ ਕਹਿੰਦਾ ਜੀ ਫ੍ਰਿਕਸ਼ਨ ਇਜ਼ ਕੋਲਡ ਵੈਲਡਡ। ਫ੍ਰਿਕਸ਼ਨ ਨੂੰ ਕਹਿੰਦਾ ਕਿ ਵੀ ਫ੍ਰਿਕਸ਼ਨ ਜਿਹੜੀ ਆ ਇਹ ਕੋਲਡ ਵੈਲਡਡ ਆ। ਕੋਲਡ ਵੈਲਡਡ, ਵੈਲਡਡ ਵਰਡ ਵੈਲਡਿੰਗ ਤੋਂ ਲਿੱਤਾ ਸੀ, ਜਿੱਦਾਂ ਵੈਲਡਿੰਗ ਕਰਕੇ ਟਾਂਕਾ ਲਾ ਕੇ ਦੋ ਚੀਜ਼ਾਂ ਨੂੰ ਜੋੜ ਦਿੱਤਾ ਜਾਂਦਾ। ਉਹ ਕਹਿੰਦਾ ਜੀ ਇੱਥੇ ਬਿਨਾਂ ਕੋਈ ਹੀਟ ਕੀਤੇ, ਹਨਾ, ਅਸੀਂ ਕਹਿੰਦੇ ਜੀ ਦੋ ਸਰਫੇਸ ਦੇ ਮੋਲੀਕਿਊਲਸ ਦੇ ਵਿੱਚ ਆਪਸ ਵਿੱਚ ਇੰਟਰਲੌਕਿੰਗ ਆ ਤੇ ਉਹ ਸਰਫੇਸਿਸ ਦੀ ਜਿਹੜੀ ਇੰਟਰਲੌਕਿੰਗ ਆ, ਠੀਕ ਹੈ, ਜਦੋਂ ਇਸ ਇੰਟਰਲੌਕਸ ਨੂੰ ਤੋੜਾਂਗਾ ਤੇ then the body will move over the surface of another।
ਤੇ ਉਹਦੇ ਅਕੋਰਡਿੰਗਲੀ 올ਡ ਥਿਊਰੀ ਦੇ ਅਕੋਰਡਿੰਗਲੀ ਸੀਗਾ ਜਿੰਨੀ ਸਰਫੇਸ ਤੇ ਰਫਨੈਸ ਜ਼ਿਆਦਾ ਹੋਏਗੀ ਉਨੀ ਫ੍ਰਿਕਸ਼ਨ ਜ਼ਿਆਦਾ, ਤੇ ਜਿੰਨੀ ਰਫਨੈਸ ਸਰਫੇਸ ਦੀ ਘਟਦੀ ਜਾਏਗੀ ਉਨੀ ਫ੍ਰਿਕਸ਼ਨ ਘਟਦੀ ਜਾਏਗੀ। ठीक है, ये रिजल्ट एक लेवल तक बिल्कुल ठीक है, पर एक लिमिट तो बियॉन्ड जाके ਅਸੀਂ ਇੱਕ वर्ड यूज करांगे when surface become extra smooth। ਜਦੋਂ ਮੇਰੀ ਸਰਫੇਸ ਜਿਹੜੀ ਆ ਉਹ ਐਕਸਟਰਾ ਸਮੂਥ ਹੋ ਜਾਏਗੀ ਬੇਟਾ, ਤੇ ਪੁੱਤ ਉਸ ਇਨਸਟੈਂਟ ਤੇ ਆ ਕੇ ਅਕੋਰਡਿੰਗ ਟੂ 올ਡ ਥਿਊਰੀ ਇਹਦਾ there will be no friction, ਕਿਉਂਕਿ ਜਦੋਂ ਸਰਫੇਸ ਦੀ ਸਮੂਥਨੈਸ ਬਹੁਤ ਵੱਧ ਗਈ ਅਸੀਂ ਕਹਿੰਦੇ ਜੀ ਸਰਫੇਸ ਦੇ ਅੰਦਰ ਹੁਣ ਆ ਡਿਪਰੈਸ਼ਨ ਹੰਪ ਨਹੀਂ ਬਣਦੇ ਪਏ, ਤੇ ਜੇ ਡਿਪਰੈਸ਼ਨ ਹੰਪ ਨਹੀਂ ਬਣ ਰਹੇ ਇੰਟਰਲੌਕਿੰਗ ਨਹੀਂ ਹੋਏਗੀ, ਤੇ ਜੇ ਇੰਟਰਲੌਕਿੰਗ ਨਹੀਂ ਹੋਏਗੀ ਤੇ ਕਹਿੰਦਾ ਜੀ नो फ्रिक्शनल फोर्सेस ਦਿਓ। ਬਟ ਐਕਸਪੈਰੀਮੈਂਟਲੀ ਅਸੀਂ ਅਬਜ਼ਰਵ ਕੀਤਾ ਕਿ ਵੀ ਉਲਟਾ ਹੁੰਦਾ, ਜਦੋਂ ਸਰਫੇਸ ਜਿਹੜੀ ਆ ਉਹ ਐਸਾ ਇੱਕ ਲਿਮਿਟ ਤੋਂ ਬਿਯੋਂਡ ਐਕਸਟਰਾ ਸਮੂਥ ਬਣਦੀ ਹੈ ਨਾ, ਤੇ ਐਕਸਟਰਾ ਸਮੂਥ ਅੱਗੇ ਜਾ ਕੇ ਮਤਲਬ ਜੋੜਾਂਗੇ ਆਪਾਂ ਕਿੱਥੇ ਤੱਕ ਜਾ ਕੇ ਕਹਿੰਦੇ ਐਕਸਟਰਾ ਸਮੂਥਨੈਸ ਆਉਂਦੀ ਹੈ। ਕਹਿੰਦਾ ਜੀ ਜਦੋਂ ਸਰਫੇਸਿਸ ਦੇ ਵਿੱਚ ਐਕਸਟਰਾ ਸਮੂਥਨੈਸ ਆਉਂਦੀ ਆ ਤੁਸੀਂ ਅਬਜ਼ਰਵ ਕਰਦੇ ਆ ਕਿ ਫ੍ਰਿਕਸ਼ਨ ਅੱਗੇ ਨਾਲੋਂ ਵੱਧ ਜਾਂਦੀ ਹੈ। ਉਹ ਕਹਿੰਦਾ ਜੀ ਉਹਦਾ ਕੀ ਥਿਊਰੀ ਹੈ ਜਾਂ ਕੀ ਕਾਜ਼ ਆ, ਉਹ 올ਡ ਥਿਊਰੀ ਨੇ ਨਹੀਂ ਐਕਸਪਲੇਨ ਕੀਤਾ। ਦੂਜਾ ਅਸੀਂ ਇਹ ਕਿਹਾ ਸੀਗਾ 올ਡ ਥਿਊਰੀ ਦੇ ਅਕੋਰਡਿੰਗਲੀ ਜਿਹੜੀ ਫ੍ਰਿਕਸ਼ਨਲ ਫੋਰਸ ਆ ਉਹ ਐਸ ਸੱਚ ਏਰੀਆ ਆਫ ਕੰਟੈਕਟ ਤੇ ਡਿਪੈਂਡੈਂਟ। ਏਰੀਆ ਆਫ ਕੰਟੈਕਟ ਦੀ ਬੇਟਾ ਮੈਂ ਕੱਲ ਐਗਜ਼ਾਮਪਲ ਇਦਾਂ ਦਿੱਤੀ ਸੀਗੀ ਕਿ ਵੀ ਜੇ ਅਸੀਂ ਆ ਮੰਨ ਲਈਏ ਕਿ ਵੀ ਮੇਰੇ ਕੋਲ ਇੱਕ ਸਰਫੇਸ ਦੇ ਉੱਤੇ ਇੱਕ ਬਲੌਕ ਪਿਆ, ਠੀਕ ਆ, ਔਰ ਇਸ ਬਲੌਕ ਦੇ ਉੱਪਰ ਇੱਕ ਬਲੌਕ ਹੋਰ ਪਿਆ, ਠੀਕ ਹੈ ਜੀ। ਹੁਣ ਇਹ ਸਿਸਟਮ ਆਫ ਟੂ ਬਲੌਕ ਨੂੰ, ਇਸ ਸਿਸਟਮ ਆਫ ਟੂ ਬਲੌਕ ਨੂੰ ਮੈਂ ਮੂਵ ਕਰਾਣਾ ਤੇ ਮੈਂ ਅਪਲਾਈਡ ਫੋਰਸ P ਲਗਾਤੀ, ਇੱਥੇ P ਮੋਮੈਂਟਮ ਨਹੀਂ ਹੈਗਾ, ਅਪਲਾਈਡ ਫੋਰਸ ਆ। ਮੈਂ ਅਪਲਾਈਡ ਫੋਰਸ P ਬॉडी ਸਿਸਟਮ ਦੇ ਉੱਤੇ ਅਪਲਾਈ ਕੀਤੀ, ਤੇ ਪੁੱਤ ਮੈਂ ਇਸ ਕੇਸ ਦੇ ਅੰਦਰ ਜਿੰਨੀ ਫ੍ਰਿਕਸ਼ਨਲ ਫੋਰਸ ਮੇਜਰ ਕੀਤੀ, ਠੀਕ ਆ, ਤੇ ਇਹਦੀ ਥਾਂ ਤੇ ਜੇ ਮੈਂ ਇਹੀ ਦੋ ਬਲੌਕ ਜਿਹੜੇ ਆ ਉਹ ਐਸਾ ਚ ਇਦਾਂ ਰੱਖ ਦਵਾਂ ਤੇ ਫਿਰ ਅਪਲਾਈਡ ਫੋਰਸ ਲਗਾਵਾਂ, ਤੇ ਦੋਨਾਂ ਕੇਸਿਸ ਦੇ ਵਿੱਚੋਂ ਜਿਹੜਾ ਏਰੀਆ ਆਫ ਕੰਟੈਕਟ ਆ ਉਹ ਕਿਹੜੇ ਕੇਸ ਚ ਜ਼ਿਆਦਾ ਵਾ? second case है ना। ਤੇ ਫਿਰ 올ਡ ਥਿਊਰੀ ਦੇ ਅਕੋਰਡਿੰਗਲੀ ਜਦੋਂ ਸੈਕੰਡ ਕੇਸ ਅਸੀਂ ਫ੍ਰਿਕਸ਼ਨਲ ਫੋਰਸ ਮੇਜਰ ਕਰਾਂਗੇ ਨਾ ਤੇ ਫ੍ਰਿਕਸ਼ਨਲ ਫੋਰਸ ਜ਼ਿਆਦਾ ਹੋਣੀ ਚਾਹੀਦੀ ਹੈ। ਬਟ ਐਕਸਪੈਰੀਮੈਂਟਲੀ ਅਸੀਂ ਅਬਜ਼ਰਵ ਕੀਤਾ ਕਿ ਜੇ ਦੋਨਾਂ ਕੇਸਿਸ ਦੇ ਅੰਦਰ ਜਿਹੜੇ ਬਲੌਕ ਦੇ weight ਨੇ ਜੇ ਉਹ weight ਸੇਮ ਹੈਗੇ ਆ, ਮਤਲਬ ਜਿੰਨਾ ਇਹਨਾਂ ਦਾ ਦੋਨਾਂ ਦਾ ਮਿਲਾ ਕੇ ਇੱਥੇ weight ਆ ਤੇ ਇੱਥੇ weight ਆ ਉਹ ਸੇਮ, ਠੀਕ ਹੈ ਨਾ ਜੀ। ਟਿਲ ਵੀ ਅਬਜ਼ਰਵ ਕੀਤਾ ਜੀ ਫ੍ਰਿਕਸ਼ਨਲ ਫੋਰਸ ਇਨ ਦਾ ਟੂ ਕੇਸਿਸ ਰਿਮੇਨ ਸੇਮ, यानी फ्रिक्शनल फोर्स दोनों केसेस सेम आई। वो कहना भी फिर एज सच ओल्ड थ्योरी दे अकॉर्डिंगली कि भी फ्रिक्शनल फोर्स जेडी आ वो इना दे एपरेंट एरिया ऑफ कांटेक्ट ते डिपेंडेंट। एपरेंट एरिया मैं एक वर्ड ऐड किया, एपरेंट एरिया की होया बेटा, कहना पुੱਤ ਜਦੋਂ ਆ ਸਰਫੇਸ ਮੈਂ ਇਹਦੇ ਉੱਤੇ ਰੱਖੀ, ਹੁਣ ਦੇਖਣ ਦੇ ਵਿੱਚ ਮੈਨੂੰ ਜਿਹੜਾ ਵਾ ਮੈਂ ਮੰਨੂਗਾ ਜੀ ਜੇ 10 ਸੈਂਟੀਮੀਟਰ ਲੌਂਗ ਤੇ 2 ਸੈਂਟੀਮੀਟਰ ਕਹਿੰਦਾ ਜੀ ਵਾਈਡ, मतलब 20 सेंटीमीटर स्क्वायर ਦਾ ਏਰੀਆ ਵਾ ਇਸ ਚੌਕ ਬਾਕਸ ਦਾ, ਤੇ ਜੇ ਮੈਂ ਇਹ ਕਹਾਂ 20 ਸੈਂਟੀਮੀਟਰ ਸਕੁਅਰ ਏਰੀਆ ਥੱਲੜੇ ਪਾਸੇ ਉਹਦੇ ਕੰਟੈਕਟ ਆ ਹਨਾ, ਤੇ ਕਹਿੰਦਾ ਉਹਨਾਂ ਏਰੀਆ ਕੰਟੈਕਟ ਨਹੀਂ ਹੈਗਾ। ਅਸੀਂ ਕਹਿੰਦੇ ਜੀ ਬਹੁਤ ਸਾਰੇ ਇਹਦੇ ਅੰਦਰ ਇਦਾਂ ਦੇ ਪੁਆਇੰਟਸ ਹੋਣਗੇ, ਠੀਕ ਹੈ, ਜਿੱਥੇ ਇਹ ਬਾਡੀਜ਼ ਇੱਕ ਦੂਜੇ ਦੇ ਕੰਟੈਕਟ ਨਹੀਂ ਹੈਗੀ, ਠੀਕ ਆ। ਇਹਦਾ ਮਤਲਬ ਜਿਹੜਾ ਏਰੀਆ ਮੈਨੂੰ ਅਪੀਅਰ ਹੁੰਦਾ ਪਿਆ, ਜਿਹੜਾ ਏਰੀਆ ਆਫ ਕੰਟੈਕਟ ਮੈਨੂੰ ਅਪੀਅਰ ਹੁੰਦਾ ਪਿਆ ਉਹਦੇ ਨਾਲੋਂ ਜਿਹੜਾ ਐਕਚੁਅਲ ਏਰੀਆ ਆਫ ਕੰਟੈਕਟ ਹੋਏਗਾ ਹਨਾ ਉਹ ਡਿਫਰ ਕਰਦਾ। क्या दो वर्ड समय लगे? एक्चुअल एरिया ऑफ कांटेक्ट, एपरेंट एरिया ऑफ कांटेक्ट। yes sir yes sir क्या तीन जणों ਨੂੰ समय लग गया, बाकी ਨੂੰ ਲੱਗਿਆ ਸਮਝ? yes sir yes sir ਬਾਕੀ ਨੂੰ ਲੱਗਿਆ ਸਮਝ? yes sir ਚਲੋ ਸੋ ਜਿਹੜਾ ਇਸ ਮੂਵਮੈਂਟ ਤੇ ਫਿਰ ਉਹਨੇ ਇਹ ਕਿਹਾ ਕਿ ਵੀ ਜਿਹੜਾ ਐਪਰੈਂਟ ਏਰੀਆ ਆਫ ਕੰਟੈਕਟ ਹੈ ਨਾ ਜਿੰਨਾ ਕਿ ਮੈਨੂੰ ਅਪੀਅਰ ਹੁੰਦਾ ਪਿਆ ਫ੍ਰਿਕਸ਼ਨਲ ਫੋਰਸ ਉੱਤੇ ਡਿਪੈਂਡੈਂਟ ਨਹੀਂ ਹੈ। 올ਡ ਥਿਊਰੀ ਕਹਿੰਦੀ ਸੀ ਫ੍ਰਿਕਸ਼ਨਲ ਫੋਰਸ ਏਰੀਆ ਆਫ ਕੰਟੈਕਟ ਤੇ ਡਿਪੈਂਡੈਂਟ ਆ, ਮਾਡਰਨ ਥਿਊਰੀ ਕਹਿੰਦੀ ਫ੍ਰਿਕਸ਼ਨਲ ਫੋਰਸ ਇਜ਼ ਇੰਡੀਪੈਂਡੈਂਟ ਆਫ ਐਪਰੈਂਟ ਏਰੀਆ ਆਫ ਕੰਟੈਕਟ, ਠੀਕ ਹੈ। ਟਿਲ ਕਹਿੰਦਾ ਜੀ ਤੁਹਾਡੀ ਨਾਰਮਲ ਰਿਐਕਸ਼ਨ ਸੇਮ ਹੋਗੀ, ਇਹਦੀ ਗੱਲ ਜੋੜਾਂਗਾ ਹੁਣ ਕੀ ਮਤਲਬ ਆ। ਤੇ ਮਾਡਰਨ ਥਿਊਰੀ ਦੇ ਅਕੋਰਡਿੰਗਲੀ ਹੁਣ 올ਡ ਥਿਊਰੀ ਛੱਡ ਰਿਹਾ ਮਾਡਰਨ ਵਿਊ ਤੇ ਆ ਰਿਹਾ। ਮਾਡਰਨ ਵਿਊ ਆਫ ਫ੍ਰਿਕਸ਼ਨ ਕੀ ਕਹਿੰਦਾ? ਕਹਿੰਦਾ ਪੁੱਤ ਮਾਡਰਨ ਵਿਊ ਆਫ ਫ੍ਰਿਕਸ਼ਨ ਇਜ਼ ਬੇਸਡ ਅਪਨ ਦਾ
is based upon the intermolecular force of attraction। हुण एक ही चीज हुई कहना बेटा मॉडर्न व्यू दे अकॉर्डिंगली उन्हें सब तो पहले ये डिफाइन किया कि भी जेडी फोर्स ऑफ फ्रिक्शन है ना वो फोर्स ऑफ फ्रिक्शन नो डाउट नेचर ऑफ सरफेस ते डिपेंडेंट हैगी आ बट एक लिमिट तक ठीक है एक लिमिट तक ओदा मतलब ये आ कि भी जेडी दो सरफेस कॉन्टैक्ट हैगी ग्राउंड दे है ना वो कहंदा जदों तक ये एक एक्स्ट्रा स्मूथ वाली रेंज नहीं पहुंच जाती हुण एक्स्ट्रा स्मूथ की गल किदां जोड़ा ਆਪਾਂ ਪਹਿਲੇ ਇੱਕ ਸਿੰਪਲ ਜਿਹੀ ਐਗਜ਼ਾਮਪਲ ਦਿੰਨੇ ਤੁਹਾਡੇ ਕੋਲ ਕਾਰਡਬੋਰਡ ਆ ਸੌਰੀ ਜਿਹੜਾ ਤੁਹਾਡੇ ਕੋਲ ਕੈਰਮ ਬੋਰਡ ਆ ਤੁਸੀਂ ਉਹਦੇ ਤੇ ਸਟ੍ਰਾਈਕਰ ਮੂਵ ਕਰਾਉਂਦੇ ਹੋ ਨਹੀਂ ਮੂਵ ਕਰਦਾ ਆਪਾਂ ਕੀ ਕਰਦੇ ਉਹਦੇ ਲਈ ਸਰ ਪਾਊਡਰ ਸਪ੍ਰਿੰਕਲ ਕਰਦੇ ਨੇ ਨਾ ਤੇ ਜਦੋਂ ਪਾਊਡਰ ਸਪ੍ਰਿੰਕਲ ਕਰਦੇ ਹੋ ਤੇ ਅਸੀਂ ਕਹਿੰਦੇ ਜੀ ਅਸੀਂ ਫ੍ਰਿਕਸ਼ਨ ਰਿਡਿਊਸ ਕਰ ਦਿੱਤੀ ਇਹਦਾ ਮਤਲਬ ਸਰਫੇਸ ਦੇ ਉੱਤੇ ਪਾਊਡਰ ਜਿਹੜਾ ਜਦੋਂ ਪੈ ਗਿਆ ਤੇ ਉਹ ਪਾਊਡਰ ਤੇ ਜਿਹੜੀ ਕੈਰਮ ਬੋਰਡ ਦੀ ਸਰਫੇਸ ਆ ਹਨਾ ਤੇ ਜਿਹੜਾ ਤੁਹਾਡਾ ਸਟ੍ਰਾਈਕਰ ਆ बेसिकली क्या होया कि कैरम बोर्ड दी सरफेस ते स्ट्राइकर दी सरफेस जड़ियां एक दूजे दे कांटेक्ट सीगियां ठीक है ना ओदे विच गब्बे एस सच मेरे कोल पाउडर दी लेयर आ गई ठीक है ते ऐसा जदों कैरम बोर्ड ते स्ट्राइकर स्ट्राइक करावांगा ते बेसिकली ओ एस सच उस पाउडरी सरफेस दे उत्ते मूव करदा जिदे नाल ਅਸੀਂ ਮੰਨਦੇ ਹਾਂ कि फ्रिक्शन अगे नालों घट गई वो कहंदा जी ठीक है फ्रिक्शन घट गई इसलिए ਅਸੀਂ ਕਹਿੰਦੇ कि भी बॉडी ईजिली उस सरफेस ते मूव करेगी पर जे बेटा मैं सरफेस नु एक्स्ट्रा स्मूथ बनावा वो कहना भी वो किदा बनाओगे वो कहना तुसी सरफेस नु इतना के ज्यादा रगड़ लिया इतना ज्यादा उन्हें स्मूथ कर लिया कि आ सरफेस दे लाइन समझियो पहलो सरफेस ना सरफेस कांटेक्ट च रखी है सी सिर्फ हुण ये गल करन लग्या जे मैं सरफेस नु एक्स्ट्रा स्मूथ बना दूंगा ना ते आ सरफेस दे मॉलिक्यूल जेडे ने ये सरफेस कोई भी मैटर तो बनी है बेटा ਤੇ ਮੈਟਰ ਜਿਹੜਾ ਐਟਮਸ ਤੋਂ ਬਣਿਆ ਤੇ ਇਹਦਾ ਮਤਲਬ ਆ ਜਦੋਂ ਇਹਨੂੰ ਮੈਂ ਇੰਨਾ ਕਿ ਜ਼ਿਆਦਾ ਰਗੜ ਲਿਆ ਕਿ ਵੀ ਇਹਦੇ ਜਿਹੜੇ ਇੰਟਰ ਐਟੋਮਿਕ ਫੋਰਸਿਸ ਨੇ ਮੀਨ ਇਹਦੇ ਅੰਦਰ ਵਾਲੇ ਜਿਹੜੇ ਐਟਮ ਤੇ ਆ ਸਰਫੇਸ ਦੇ ਅੰਦਰ ਵਾਲੇ ਐਟਮ ਇਹ ਦੋਨੋਂ ਇੱਕ ਦੂਜੇ ਦੇ ਕੰਟੈਕਟ ਚ ਆਣੇ ਸ਼ੁਰੂ ਹੋ ਗਏ ਗੱਲ ਸਮਝ ਲੱਗੀ ਕੀ ਦੱਸੀ ਮੈਂ ਯੈਸ ਸਰ ਫਿਰ ਇਹ ਨਹੀਂ ਪਤਾ ਲੱਗਾ ਇਹਦੇ ਲਈ ਇੱਕ ਮੈਂ ਹੋਰ ਐਗਜ਼ਾਮਪਲ ਦਿੰਦਾ ਇਹਦੇ ਲਈ ਇੱਕ ਭੈੜੀ ਜੀ ਐਗਜ਼ਾਮਪਲ ਹੈਗੀ ਆ आ मान लो मेरे इतने सट लग जाए ठीक है जी जो सट लगी सरफेस मैं चल माड़ी झरीट कुछ नहीं उपर उपर ही है ना ये हैगी नॉर्मल सरफेस ते जे मान लो सट इदा लगे कि भी अंदरले ब्लड वैसल तक बाहर देखन ठीक है जी इहदा मतलब हो गया वो मेरे को इहदा अंदरला पोर्शन ऑब्जर्व होने लग गया इन द सिमिलर वे जो मैं इस सरफेस नूं ऐसा कहना जी इहनूं मैं एक्स्ट्रा स्मूथ बना लाना एक्स्ट्रा स्मूथ उदों बनी ਜਦੋਂ ਇਸ ਸਰਫੇਸ ਦੇ ਮੋਲੀਕਿਊਲ ਇਹਦੇ ਐਟਮਸ ਤੇ ਇਹਦੇ ਐਟਮ ਜਿਹੜੇ ਨੇ ਹਨਾ ਉਹਨਾਂ ਦੇ ਵਿੱਚ ਇੰਟਰੈਕਸ਼ਨ ਹੋਣ ਲੱਗ ਪਏ ਯਾਨੀ ਐਟਮਸ ਆਰ ਵੈਰੀ ਮਚ ਕਲੋਜ਼ ਟੂ ਵਨ ਅਨਦਰ ਤੇ ਜਦੋਂ ਦੋ ਸਰਫੇਸ ਦੇ ਐਟਮ ਇੱਕ ਦੂਜੇ ਦੇ ਕਲੋਜ਼ ਆਣੇ ਸ਼ੁਰੂ ਹੋ ਜਾਂਦੇ ਤੇ ਅਸੀਂ ਕਹਿੰਦੇ ਜੀ ਉਹ ਸਰਫੇਸ ਮੇਰੀ ਐਕਸਟਰਾ ਸਮੂਥ ਤੇ ਉਸ ਇਨਸਟੈਂਟ ਤੇ ਕੀ ਹੋਏਗਾ ਜਦੋਂ ਐਟਮ ਦੇ ਨਾਲ ਠੀਕ ਹੈ ਇੱਕ ਸਬਸਟੈਂਸ ਦੀ ਸਰਫੇਸ ਦੇ ਐਟਮ दूजे कहना जी सरफेस दे एटम्स दे नाल इंटरैक्ट करन लग पैंदे ते उदों उन्हां दे अंदर असीं कहने जिहड़ी इंटर एटॉमिक फोर्सेस ने ना वर्ड सिर्फ समझण वाले तुहाडे जिहड़ी इंटर एटॉमिक फोर्सेस ने है ना उन्हां दे विच एज सच जिहड़ा वा वो मेरे कोल कह लो कि स्ट्रेंथ जिहड़ी उन्हां दी हैगी आ इंटर एटॉमिक फोर्सेस दी वो वधनी शुरू हो जांदी ते जिहड़ी इंटर एटॉमिक फोर्सेस ने इन्होंने असीं कहने ये एडेसिव फोर्सेस ने मैं दो वर्ड लवांगा बेटा एक एडेसिव ते एक कोहेसिव एडेसिव फोर्सेस हुंदियां फोर्स ऑफ अट्रैक्शन बिटवीन द मॉलिक्यूल और एटम्स ऑफ टू डिफरेंट सब्सटेंस दो डिफरेंट सब्सटेंस दे एटम और मॉलिक्यूल दे अंदर जिहड़ी अट्रैक्टिव फोर्स बननी शुरू हो जांदी आ उहनूं असीं कहने ओ एडेसिव फोर्स आ ते जेकर मेरे को इको ही सबस्टेंस दे डिफरेंट मॉलिक्यूल च फोर्स बने असीं उहनूं कोहेसिव कहने एग्जांपल पहलो एदी दे रहे हैं एडेसिव ते कोहेसिव दी जिदा मान लो तुहाडे कोल एक मरकरी आ है ना मेरे को दो गिलास पड़े हुए आ एक गिलास में मरकरी भर दी पूरी ते दूजे गिलास में वाटर फिल किया दोनों गिलास में पुठे कीते की ऑब्जर्व करूंगे सर वाटर नीचे डिग जूगा मरकरी रह जूगी वाटर जेड़ा वो भी डुल जाना मरकरी जेड़ी वो भी डुल जानी पर जे मैं दोनों दे गिलासां नूं बाद चों देखूंगा ना
वाटर वाले गिलास के अंदर, पानी वाले गिलास के अंदर कुछ ड्रॉपलेट जुड़े हुए, जबकि मरकरी वाले गिलास के विच नॉट इवन अ सिंगल टाइनी ड्रॉपलेट जिहड़ा उहदे अंदर। ਉਹਦਾ मतलब यह होया कि मरकरी दे मॉलीक्यूल दी मरकरी दे मॉलीक्यूल दे नाल यानी इंटर एटॉमिक फोर्सेस जिहड़ियां ने वो बहुत स्ट्रॉन्ग आ, वो एक दूजे दे नाल आपस जिहड़ी इंटर एटॉमिक फोर्सेस बिल्डअप करदे ने बड़ियां स्ट्रॉन्गर फोर्सेस ने, जबकि जिहड़ी एसएच वाटर दे मॉलीक्यूल दी ग्लास दे मॉलीक्यूल दा फोर्स ऑफ अट्रैक्शन आ वो एसएच कहंदा जी थोड़ी मेरे कोल ज्यादा स्ट्रॉन्गर आ, वो कोहेसिव फोर्स आ। ਇਹਦਾ मतलब इको सबस्टेंस दे डिफरेंट मॉलीक्यूल दी आपस च जिहड़ी फोर्स ऑफ अट्रैक्शन आ वो एडिसिव आ, सॉरी वो कोहेसिव आ, ते दो डिफरेंट सबस्टेंस दे मॉलीक्यूल च जिहड़ी फोर्स ऑफ अट्रैक्शन आ वो एडिसिव फोर्स आ। पहले ये दो वर्ड समझ लगे? यस सर। यस सर। हुण आ सरफेस जदों इहदे उत्ते मूव करन लगदी आ और ये एक्स्ट्रा स्मूथ आ ते ਇਹਦਾ मतलब हो गया आ सबस्टेंस दे मॉलीक्यूल या एटम ਤੇ ਇਸ ਸਬਸਟੈਂਸ ਦੇ ਐਟਮ ਜਿਹੜੇ ਨੇ ਜਾਂ ਮੋਲੀਕਿਊਲ ਜਿਹੜੇ ਨੇ ਉਹ ਆਪਸ ਦੇ ਵਿੱਚ ਇੰਟਰੈਕਟ ਕਰਨ ਲੱਗ ਜਾਂਦੇ, ਜਿਹਦੇ ਕਰਕੇ ਇਹਨਾਂ ਮੋਲੀਕਿਊਲ 'ਚ ਐਡਿਸਿਵ ਫੋਰਸਿਸ ਬਣਦੀਆਂ ਔਰ ਇਹ ਫੋਰਸਿਸ ਜਿਹੜੀਆਂ ਨੇ ਇਹ ਡਿਸਟੈਂਸ ਦੇ ਨਾਲ ਇਨਵਰਸਲੀ ਪ੍ਰੋਪੋਰਸ਼ਨਲ ਟੂ 7th ਪਾਵਰ ਹੁੰਦੀਆਂ। मतलब नॉर्मल ਜਿਹੜੀ ਗ੍ਰੈਵਿਟੇਸ਼ਨਲ ਫੋਰਸ ਆਫ ਅਟਰੈਕਸ਼ਨ ਆ ਨਿਊਟਨ ਲਾਅ ਨਾਲ ਜਿਹੜੀ ਦੱਸਦੇ that force vary inversely with the r square, वो डिस्टेंस दे इनवर्सली टू r स्क्वायर, जबकि ये इंटर एटॉमिक फोर्सेस जेड़ियां ये डिस्टेंस दी 7th पावर ते डिपेंडेंट है बेटा। ਇਹਦਾ ਪੁੱਤ मतलब ये आ कि जे डिस्टेंस पहलो दो एटम दे विचला दो सरफेस दे एटम दे विचला डिस्टेंस 2 मिलीमीटर सीगा ते जे वो डिस्टेंस घट के 1 मिलीमीटर रह गया ते डिस्टेंस अगे नालों हाफ होया। यस सर। ते जे मैं डिस्टेंस नु इथे अगे नालों हाफ करा ना यानी जे पहले केस च डिस्टेंस r सीगा ते दूजे केस दे अंदर ये डिस्टेंस जेड़ा r/2 हो गया ते एदी 7th पावर दे नाल जे मैं एदी रिलेशन बनावा ते अपने को टर्म बनी कहंदा जी 2 पावर 7/r ते पुੱਤ ਇਹਨੂੰ ऐसा च जे मैं सॉल्व कर लवां ते 2 पावर 7 जेड़ा 128 बनदा। ਇਹਦਾ मतलब आ जेड़ी फोर्स आई f डैश ये 128 टाइम्स स्ट्रॉन्गर हो जाएगी ਜਿਹੜੀ दो एटम ਦੇ ਵਿਚਲੀ ओरिजिनल फोर्स ਆ। मतलब ਜਦੋਂ दो एटम ਜਿਹੜੇ ਨੇ ਇੰਨੇ ਗੈਪ ਤੇ ਆ ਤਾਂ ਜੇ ਉਹ ਗੈਪ ਘਟ ਗਿਆ ਹਨਾ ਤੇ ਇਹਨਾਂ ਦੇ ਵਿਚਲੀ ਜਿਹੜੀ ਅਟਰੈਕਟਿਵ ਫੋਰਸਸ ਨੇ ਉਹ ਬਹੁਤ ਸਟਰੋਂਗਰ ਹੋ ਜਾਂਦੀਆਂ ਤੇ ਉਹ ਜਦੋਂ ਅਟਰੈਕਟਿਵ ਫੋਰਸਸ ਸਟਰੋਂਗਰ ਹੋ ਗਈਆਂ ਤੇ ਫਿਰ ਇਹਨੂੰ ਸਰਫੇਸ ਨੂੰ ਇਹਦੇ ਉੱਤੇ ਮੂਵ ਕਰਾਉਣ ਲੱਗੇ, ਇਹਨਾਂ ਨੇ ਇੱਕ ਦੂਜੇ ਨੂੰ ਬਹੁਤ ਸਟਰੋਂਗਲੀ ਬੰਨ ਲਿਆ। ਦੋਨਾਂ ਦੇ ਐਟਮ ਜਿਹੜੇ ਨੇ ਉਹ ਇੱਕ ਦੂਜੇ ਨੂੰ ਬੜੇ ਸਟਰੋਂਗਲੀ ਅਟਰੈਕਟ ਕਰਦੇ ਆ ਤੇ ਜਲਦੀ ਇੱਕ ਦੂਜੇ ਦਾ ਬੌਂਡ ਨਹੀਂ ਤੋੜਦੇ ਵੇ। ਇਹਦਾ मतलब ਉਹਨਾਂ ਦੇ ਬੌਂਡ ਨੂੰ ਉਦੋਂ ਤੋੜਨ ਵਾਸਤੇ ਵੀ ਅਗੇਨ ਰਿਕੁਆਇਰ ਸਮ ਐਕਸਟਰਾ ਫੋਰਸ। ਇਹਦਾ मतलब ਉਹ ਬੌਂਡ ਤੋੜਨ ਲਈ ਮੈਨੂੰ ਫਿਰ ਫੋਰਸ ਦੀ ਲੋੜ ਪੈ ਰਹੀ ਆ ਤੇ ਜੇ ਮੈਂ ਆਪਣੀ ਬਾਡੀ ਨੂੰ ਚਲਾਉਣ ਵਾਸਤੇ ਮੈਨੂੰ ਫਿਰ ਫੋਰਸ ਦੀ ਲੋੜ ਪੈ ਰਹੀ ਆ ਤੇ ਮੈਂ ਫੋਰਸ ਕਿਹਦੇ ਅਗੇਂਸਟ ਲਗਾਈ? ਇਹਦਾ मतलब ਆ ਇੰਟਰ ਐਟੋਮਿਕ ਜਾਂ ਇੰਟਰ ਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਦੇ ਅਗੇਂਸਟ ਲਗਾਈ मैं ਫੋਰਸ। हाँ जी सर। यस सर। ओए थ्योरी मैथमेटिकल कुछ नहीं आ रहा, ठीक है? गल समझ लग रही सारे नु? सर हाँ बच्चे। सर आर को 2 से डिवाइड क्यों किया है सेकंड स्टेप में? नहीं पुत्र मैं ये क्या कि जदों आ सरफेस मेरे इत्ते पई सीगी ना और इस सरफेस नॉर्मल रेंज दे विच स्मूथ हैगी है ते उदों ਅਸੀਂ ਮੰਨਦੇ कि भी ਇਹਦੇ ਜਿਹੜੇ ਅੰਦਰਲੇ ਦੋਨਾਂ ਸਰਫੇਸ ਦੇ ਐਟਮਸ ਨੇ ਉਹਨਾਂ ਚ ਡਿਸਟੈਂਸ ਆ ਰਹਾ ਤੇ ਜੇ ਮੈਂ ਇਸ ਸਰਫੇਸ ਦੇ ਲੋਅਰ ਪਾਰਟ ਨੂੰ ਹਨਾ ਮੰਨ ਲਓ ਰਗੜ ਕੇ ਠੀਕ ਹੈ ਜੀ ਇਹਦੇ ਵੀ ਲੋਅਰ ਪਾਰਟ ਨੂੰ ਰਗੜ ਕੇ ਹਨਾ ਇੰਨਾ ਕੁ ਜ਼ਿਆਦਾ ਮੈਂ ਸਮੂਥ ਬਣਾ ਦਿੱਤਾ ਦੋਨਾਂ ਸਰਫੇਸਿਸ ਨੂੰ ਕਿ ਵੀ ਇਹਨਾਂ ਦੋਨਾਂ ਦੇ ਐਟਮ ਦੇ ਵਿਚਲਾ ਜਿਹੜਾ ਡਿਸਟੈਂਸ ਹੈ ਨਾ ਠੀਕ ਹੈ ਉਹ ਅੱਗੇ ਨਾਲੋਂ ਹਾਫ ਰਹਿ ਗਿਆ। ਠੀਕ ਹੈ ਉਹ ਡਿਸਟੈਂਸ ਅੱਗੇ ਨਾਲੋਂ ਹਾਫ ਰਹਿ ਗਿਆ ਤੇ ਮੈਂ ਦੁਬਾਰਾ ਇਹਨਾਂ ਦੋਨਾਂ ਦੇ ਐਟਮ ਦੇ ਵਿਚਲੀ ਜੇ ਫੋਰਸ ਆਫ ਅਟਰੈਕਸ਼ਨ ਮੇਜਰ ਕਰਾਂ ਤੇ ਉਹ ਫੋਰਸ ਆਫ ਅਟਰੈਕਸ਼ਨ ਜਿਹੜੀ ਆ ਉਹ ਇਸ ਰਿਲੇਸ਼ਨ ਦੇ ਨਾਲ ਵੇਰੀ ਕਰਦੀ ਹੈ। ਇਮਲ ਜੇ ਅਸੀਂ ਪਹਿਲੋਂ ਦੋ ਐਟਮ ਦੇ ਵਿੱਚ ਦੋ ਸਰਫੇਸ ਦੇ ਐਟਮ ਦਾ ਡਿਸਟੈਂਸ r ਮੰਨਿਆ ਤੇ ਜੇ ਮੈਂ ਸਰਫੇਸ ਐਕਸਟਰਾ ਸਮੂਥ ਬਣਾਈ ਅਸੀਂ ਅਸਿਊਮ ਕੀਤਾ ਕਿ ਉਹ ਡਿਸਟੈਂਸ r ਦੀ ਥਾਂ ਤੇ r/2 ਰਹਿ ਗਿਆ। मतलब एटम होर क्लोज आ गए तो जे एटम होर क्लोज आ गए कहना ਉਹਦੇ ਵਿੱਚ ਦੀ ਅਟਰੈਕਟਿਵ ਫੋਰਸ ਤੇ ਕੀ ਫਰਕ ਪਿਆ? ਤੁਸੀਂ ਕਿਹਾ ਜੀ ਐਸਐਚ r ਦੀ ਥਾਂ ਤੇ ਜੇ ਡਿਸਟੈਂਸ r/2 ਹੋ ਗਿਆ ਐਟਮਸ ਦੇ ਵਿਚਲਾ ਤੇ ਅਟਰੈਕਟਿਵ ਫੋਰਸ ਜਿਹੜੀ ਆ ਉਹ ਇਸ ਰਿਲੇਸ਼ਨ ਨਾਲ ਵੇਰੀ ਕਰੂ।
Yes, sir. ਤੇ ਇਹਦੇ ਅਕੋਰਡਿੰਗਲੀ ਜੇ ਆਪਾਂ ਇਹਨੂੰ ਸੋਲਵ ਕਰੀਏ ਤੇ ਇਹ ਫੋਰਸ ਦੀ ਸਟਰੈਂਥ ਦੂਜੀ ਵਾਰੀ ਹੈ ਨਾ ਪਹਿਲੇ ਕੇਸ ਨਾਲੋਂ 128 ਟਾਈਮਸ ਸਟਰੋਂਗਰ ਹੋ ਗਈ। ਇਹਦਾ ਮਤਲਬ ਹੋ ਗਿਆ ਕਿ ਆ ਦੋ ਸਰਫੇਸ ਦੇ ਐਟਮ ਦੇ ਵਿਚਲੀ ਅਟਰੈਕਟਿਵ ਫੋਰਸ ਜਿਹੜੀ ਹੈ ਨਾ ਉਹ ਅੱਗੇ ਨਾਲੋਂ 128 ਟਾਈਮਸ ਸਟਰੋਂਗਰ ਆ ਤੇ ਫਿਰ ਉਹਦੇ ਬੌਂਡ ਨੂੰ ਤੋੜਨ ਵਾਸਤੇ ਮੈਨੂੰ ਫਿਰ ਫੋਰਸ ਲਾਣੀ ਪਊ। ਯੈਸ ਸਰ। Yes, sir. ਇਹਦਾ ਮਤਲਬ ਤੇ ਹੋਇਆ 올ਡ ਥਿਊਰੀ ਦੇ ਹਿਸਾਬ ਨਾਲ ਸੋਚੀਏ ਤੇ ਜਦੋਂ ਸਰਫੇਸ ਦੇ ਉੱਤੇ ਰਫਨੈਸ ਖਤਮ ਹੋ ਗਈ ਤੇ ਫਿਰ ਫ੍ਰਿਕਸ਼ਨ ਖਤਮ ਹੋ ਜਾਣੀ ਚਾਹੀਦੀ ਸੀ, ਪਰ ਅਸੀਂ ਆਬਜ਼ਰਵ ਕੀਤਾ ਕਿ ਜਦੋਂ ਸਰਫੇਸ ਐਕਸਟਰਾ ਸਮੂਥ ਹੋਈ ਹੈ ਨਾ ਤੇ ਫ੍ਰਿਕਸ਼ਨ ਫੇਰ ਬਣੀ ਹੈ। ਉਹ ਕਹਿੰਦਾ ਜੀ ਫੇਰ ਫ੍ਰਿਕਸ਼ਨ ਆਉਣ ਦਾ ਕੀ ਕੌਜ਼ ਸੀਗਾ, ਇਹਨੂੰ 올ਡ ਥਿਊਰੀ ਜਸਟੀਫਾਈ ਨਹੀਂ ਕਰ ਪਾ ਰਹੀ ਸੀ। ਮਾਡਰਨ ਥਿਊਰੀ ਨੇ ਫਿਰ ਇਹ ਕਿਹਾ ਕਿ ਜਦੋਂ ਐਟਮ ਐਸਾ ਤੁਸੀਂ ਸਰਫੇਸ ਨੂੰ ਐਕਸਟਰਾ ਸਮੂਥ ਕੀਤਾ ਨਾ ਤੇ ਉਹ ਐਕਸਟਰਾ ਸਮੂਥਨੈਸ ਵੇਲੇ ਜਿਹੜੇ ਐਟਮਸ ਦੇ ਵਿਚਲੀ ਇੰਟਰ ਐਟੋਮਿਕ ਫੋਰਸ ਹੈ ਨਾ ਉਹ ਰੋਲ ਪਲੇ ਕਰਨ ਲੱਗ ਪੈਂਦੀ ਤੇ ਉਹ ਇੰਟਰ ਐਟੋਮਿਕ ਫੋਰਸਸ ਜਿਹੜੀਆਂ ਨੇ ਉਹ ਡਿਸਟੈਂਸ ਦੇ ਨਾਲ ਇਸ ਰਿਲੇਸ਼ਨ ਦੇ ਅਕੋਰਡਿੰਗਲੀ ਵੇਰੀ ਕਰਦੀ। क्या आ सारी चीज समझ आई मॉडर्न व्यू? यस सर। Yes, sir. Yes, sir. गुरसिमरन, नवनीत, छवि, गुरलीन, Yes, sir. जैसलीन समझ लगी? Yes, sir. हवा डूंगे बैठे हो है ना। कशिश, Yes, sir. मान्या, रिजवल, प्रणव, Yes, sir. यस सर। Yes, sir. स्नेहा, उदम, यादवी, Yes, sir. Yes, sir. ठीक है जी। मैं तो देखना कि भी सारे हैगे चैतन्य अटेंडेंस दे के ना मैनू ये दसना कि एबसेंट किहड़े आ, ठीक है। फिर अज उन्हां दे घर फोन खड़काइए जिहड़े सुत्ते पे आ। एक साहिल एक साहिल एबसेंट है इस वेले, एक अर्शिया। चलो कंटिन्यू करा जी, क्लियर है ना? यस सर। चलो सर इत्थे r/2 ਦਾ ਨਹੀਂ ਪਤਾ ਲੱਗਦਾ ਪਿਆ। हाँ जी r/2 ਦਾ ਨਹੀਂ ਪਤਾ ਲੱਗਦਾ ਪਿਆ ਕਿੱਦਾਂ ਸੋਲਵ ਕੀਤਾ ਤੁਸੀਂ। ओए काके r/2 ਦਾ ਅਸੀਂ ਸਿਰਫ ਆ ਲਿੱਤਾ ਪੁੱਤ ਕਿ ਵੀ ਜੇਕਰ ਦੋ ਐਟਮ ਜਿਹੜੇ ਨੇ ਜੇ ਆ ਦੋ ਐਟਮਸ ਆ ਮੇਰੇ ਕੋਲ ਅਸੀਂ ਕੰਸੀਡਰ ਕਰਦੇ ਪਏ ਕਿ ਸ਼ੁਰੂ ਦੇ ਵਿੱਚ ਆ ਦੋ ਐਟਮਸ ਦੇ ਵਿਚਲਾ ਗੈਪ ਜਿਹੜਾ ਇਹ r ਸੀਗਾ, ਠੀਕ ਆ। ਤੇ ਜੇ ਮੈਂ ਸਰਫੇਸ ਦੀ ਰਫਨੈਸ ਘਟਾਈ ਆ ਐਕਸਟਰਾ ਸਮੂਥ ਕੀਤਾ ਉਹਨੂੰ ਤਾਂ ਅਸੀਂ ਕਹਿੰਦੇ ਜੀ ਐਟਮਸ ਦੇ ਵਿਚਲਾ ਗੈਪ ਅੱਗੇ ਨਾਲੋਂ ਘਟ ਗਿਆ। ਹੁਣ ਇਹੀ ਦੋ ਐਟਮ ਜਿਹੜੇ ਨੇ ਅੱਗੇ ਨਾਲੋਂ r/2 ਡਿਸਟੈਂਸ ਤੇ ਰਹਿ ਗਏ। ਕਲੀਅਰ ਹੈ ਨੀ ਗੱਲ? ਹਾਂਜੀ ਸਰ। ਤੇ ਜਦੋਂ ਡਿਸਟੈਂਸ ਇਹਨਾਂ ਦੇ ਵਿਚਲਾ ਘਟਿਆ, ਠੀਕ ਹੈ, ਤਾਂ ਕਹਿੰਦੇ ਜੀ ਫੋਰਸ ਦੇ ਉੱਤੇ ਕੀ ਇਫੈਕਟ ਹੋਇਆ। ਉਹ ਕਹਿੰਦਾ ਪਹਿਲੋਂ ਫੋਰਸ r ਡਿਸਟੈਂਸ ਦੀ 7th ਪਾਵਰ ਤੇ ਪ੍ਰਪੋਰਸ਼ਨਲ ਸੀ, ਦੂਜੀ ਵਾਰੀ ਡਿਸਟੈਂਸ r ਦੀ ਥਾਂ ਤੇ ਅਸੀਂ ਕਿੰਨਾ ਮੰਨ ਲਿਆ r/2 ਤੇ r ਦੀ ਥਾਂ ਤੇ ਜੇ ਮੈਂ r/2 ਦੀ ਪਾਵਰ 7 ਕਰਾਂ ਤੇ ਮੇਰੇ ਕੋਲ ਕੀ ਆ ਜਾਊਗਾ r ਪਾਵਰ 7 ਤੇ ਓਵਰ 2 ਪਾਵਰ 7 ਤੇ ਜਿਹੜੀ ਟਰਮ ਡਿਨੋਮੀਨੇਟਰ 'ਚ ਇੱਥੇ ਆ ਇਹ ਉੱਪਰ ਜਾਊਗੀ। यस सर। ਸੋ ਫਿਰ ਇੱਥੇ r ਦੀ ਪਾਵਰ 7 ਆਊਗੀ। r ਪਾਵਰ 7 ਉਹ ਮਿਸਿੰਗ ਆ, ਇੱਥੇ 2 ਪਾਵਰ 7 ਤੇ r ਪਾਵਰ 7 ਆ ਗਿਆ। ਹਾਂਜੀ ਸਰ। ਤੇ ਜੇ ਮੈਂ 2 ਪਾਵਰ 7 ਨੂੰ ਪੜ੍ਹਦਾ ਤੇ 128 ਆ। ਇਹ ਨਾਲ f ਡੈਸ਼ ਦੀ ਵੈਲਿਊ ਕਿੰਨੀ ਬਣੀ 128 ਓਵਰ r ਪਾਵਰ 7 ਕਿੰਨੇ ਆਊਗਾ। ਹਾਂਜੀ ਸਰ। ਤੇ ਜੇ ਮੈਂ ਇੱਥੇ ਰੇਸ਼ੋ ਇਦਾਂ ਲਿਖ ਲਵਾਂ f ਡੈਸ਼ ਓਵਰ f ਤੇ ਮੇਰੇ ਕੋਲ ਕੀ ਆ ਗਈ ਜੀ ਰੇਸ਼ੋ f ਡੈਸ਼ ਬਾਈ f ਲਿਖਾਂ f ਡੈਸ਼ ਦੀ ਵੈਲਿਊ 2 ਪਾਵਰ 7 ਓਵਰ r ਪਾਵਰ 7 ਓਵਰ 1 ਓਵਰ r ਪਾਵਰ 7 ਤੇ ਜੇ ਇਹਨੂੰ ਮੈਂ ਸੋਲਵ ਕਰ ਲਾਂ ਆ ਟਰਮ ਕੱਟੀ ਗਈ ਤੇ ਰੇਸ਼ੋ ਜਿਹੜੀ ਆਈ ਆ 2 ਪਾਵਰ 7 ਆ ਗਈ। ਹਾਂਜੀ ਸਰ। ਤੇ ਇਹਦੀ ਵੈਲਿਊ ਆਪਾਂ ਕਹਿੰਦੇ ਪਏ 128 ਤੇ ਆ f ਚੁੱਕ ਕੇ ਮੈਂ ਉਧਰ ਲੈ ਜਾਵਾਂ ਤੇ ਆਹੀ ਚੀਜ਼ ਬਣੀ ਕਿ f ਡੈਸ਼ ਦੀ ਵੈਲਿਊ 128 f ਆ ਗਈ। ਹਾਂਜੀ ਸਰ। ਆਹੀ ਕਹਿਣਾ ਪਿਆ। ਹਾਂਜੀ ਸਰ ਇਹ ਉੱਥੇ r ਤੇ ਕਨਫਿਊਜ਼ਨ ਸੀ ਨਾ 7 ਨਹੀਂ ਲਿਖਿਆ ਤੇ ਉਹ ਤਾਂ ਫਿਰ ਉਦਾਂ ਕਿਤੇ ਗਲਤੀ ਨਾਲ ਲਿਖਣਾ ਰਹਿ ਗਿਆ ਆਪਣਾ। ਕਲੀਅਰ ਆ? ਹਾਂਜੀ ਸਰ। एक्सक्यूज मी सर। ਚਲ ਯਸ ਸਰ। एक्सक्यूज मी सर। ਜੀ ਬੋਲੋ। सर मेरा सर ਉਹ ਵੈਕਟਰ ਚ ਸਰ ਇੱਕ ਡਾਊਟ ਸੀਗਾ ਸਰ ਥਿਉਰੀ ਦਾ। ਹੈਂ? ਛੋਟਾ ਜਿਹਾ ਸਰ
ਸਰ ਵੈਕਟਰ ਚ ਸਰ ਇੱਕ ਛੋਟਾ ਥਿਉਰੀ ਦਾ ਡਾਊਟ ਸੀਗਾ ਸਰ ਇੱਕ ਕਾਲ ਕਰ ਲਈ ਓਕੇ ਸਰ ਹੁਣ ਇੱਥੇ ਗਰੁੱਪ ਨੂੰ ਆਪਾਂ ਐਸੇ ਚ ਫਿਰ ਲਿੰਕ ਬ੍ਰੇਕ ਕਰਾਂਗੇ, ਫਾਇਦਾ ਕੀ। ਇਸ ਲਈ ਮੈਂ ਗੁਰਲੀਨ ਦਾ ਦੱਸਣਾ, ਉਹਨੂੰ ਵੀ ਇਹੀ ਕਿਹਾ ਕਿ ਕਾਲ ਕਰ ਲਈ ਤੇ ਮੈਂ ਉਹਨੂੰ ਐਕਸਪਲੇਨ ਕਰ ਦਾਂਗਾ। ਕਰਾਂ ਕੰਟੀਨਿਊ, ਇਹਨਾਂ ਸਾਰਿਆਂ ਨੂੰ ਕਲੀਅਰ ਆ ਬੱਚੇ? ਯੈਸ ਯੈਸ ਸਰ Yes, sir. Yes, sir. ਕੋਈ ਹੈਗਾ ਜਿਹਨੂੰ ਕੋਈ ਡਾਊਟ ਹੈਗਾ? ਨੋ ਸਰ। ਚਲ ਨੈਕਸਟ ਟੌਪਿਕ ਆਪਣੇ ਕੋਲ ਜਿਹੜਾ ਬਣਨਾ ਇਹਦੇ ਅੰਦਰ, ਹਜੇ ਥਿਊਰੀ ਦੇ ਹੀ ਟੌਪਿਕ ਆ ਬੇਟਾ, ਮੈਥਮੈਟੀਕਲ ਜੇ ਕੁਝ ਨਹੀਂ ਆਣਾ ਇਹਦੇ ਅੰਦਰ। ਨੈਕਸਟ ਹੈਗਾ ਤੁਹਾਡੇ ਕੋਲ ਟਾਈਪਸ ਆਫ ਫ੍ਰਿਕਸ਼ਨ। ਟਾਈਪਸ ਆਫ ਫ੍ਰਿਕਸ਼ਨ, ਟਾਈਪਸ ਆਫ ਫ੍ਰਿਕਸ਼ਨ ਦੇ ਵਿੱਚ ਆਪਣੇ ਕੋਲ ਜਿਹੜੀ ਕੈਟਾਗਰੀ ਆਣੀ ਆ ਉਹਨਾਂ ਚ ਇੱਕ ਆ ਜਾਏਗੀ ਸਟੈਟਿਕ ਫ੍ਰਿਕਸ਼ਨ, ਇੱਕ ਆ ਜਾਏਗੀ ਉਹਦੇ ਵਿੱਚ ਲਿਮਿਟਿੰਗ ਫ੍ਰਿਕਸ਼ਨ, और थर्ड आ जाएगी ਤੁਹਾਡੇ ਕੋਲ ਉਹਦੇ ਅੰਦਰ ਜਿਹੜੀ kinetic friction। ठीक है जी, तीन टाइप ਦੀ फ्रिक्शन ਆ, स्टैटिक, लिमिटिंग और kinetic। क्लियर है निकल? यस सर। एक मिनट करना। सो ਉਹਨਾਂ ਨੂੰ ਤਾਂ ਐਸੇ ਚ ਜਿਹੜੇ ਤਿੰਨ ਟਾਈਪ ਦੀ ਫ੍ਰਿਕਸ਼ਨ ਆ, ਸਟੈਟਿਕ, ਲਿਮਿਟਿੰਗ ਤੇ kinetic, ਹੈ ਨਾ। ਉਹਨੇ ਇਹਦੇ ਨਾਲ ਹੀ ਇੱਕ ਟੌਪਿਕ ਹੋਰ ਆਪਾਂ ਜੋੜ ਦਾਂਗੇ ਬੁੱਕ ਦੇ ਚ, ਉਹਨੇ ਸੈਪਰੇਟ ਲਿਖਤਾ, ਸਟੈਟਿਕ ਫ੍ਰਿਕਸ਼ਨ ਇਜ਼ ਸੈਲਫ ਐਡਜਸਟਿੰਗ। ਇਹਦਾ ਕੀ ਮਤਲਬ ਆ? ਉਹ ਕਹਿੰਦਾ ਬੱਚੇ ਜੇਕਰ ਐਸਾ ਜ ਆਪਾਂ ਇਹਨਾਂ ਫ੍ਰਿਕਸ਼ਨ ਨੂੰ ਐਕਸਪਲੇਨ ਕਰਨਾ, ਸਟੈਟਿਕ ਫ੍ਰਿਕਸ਼ਨ, ਜੇ ਆ ਮੇਰੇ ਕੋਲ ਕੋਈ ਸਰਫੇਸ ਤੇ ਇੱਕ ਬਲੌਕ ਪਿਆ ਵਾ, ਇਸ ਬਲੌਕ ਤੇ ਇੱਕ ਇਹਦੀ ਫੋਰਸ ਲਾਈ ਕਰਦੀ ਵੇਟ, ਇੱਕ ਫੋਰਸ ਲਾਈ ਕਰਦੀ ਇਹਦੀ ਨਾਰਮਲ ਰਿਐਕਸ਼ਨ, ਇੱਕ ਅਸੀਂ ਅਪਲਾਈਡ ਫੋਰਸ ਲਗਾਈ ਟੀ। ਠੀਕ ਹੈ, ਅੱਗੇ ਗੱਲ ਕੀਤੀ ਹੋਈ ਤੁਹਾਡੇ ਨਾਲ। ਹੁਣ ਇਹਦੇ ਵਿੱਚ ਜੇ ਐਸ ਸੱਚ ਆਪਾਂ ਇਹ ਡਿਫਾਈਨ ਕਰੀਏ, ਬੋਡੀ ਇਜ਼ ਨਾਟ ਟੂ ਬੀ ਮੂਵਿੰਗ ਵਿਦ ਦਿਸ ਕਹਿੰਦਾ ਜੀ ਅਪਲਾਈਡ ਫੋਰਸ। ਜੇ ਮੇਰੀ ਇਸ ਅਪਲਾਈਡ ਫੋਰਸ ਦੇ ਬਾਅਦ ਵੀ ਬੋਡੀ ਮੂਵ ਨਹੀਂ ਕਰ ਰਹੀ, क्या ਇੱਥੇ ਕੋਈ ਫ੍ਰਿਕਸ਼ਨਲ ਫੋਰਸ ਹੈ ਕਿ ਨਹੀਂ ਹੈ? लार्ज अमाउंट ऑफ फोर्स होगा है सर, फ्रिक्शन फोर्स सर, लार्ज है भी है और लार्ज अमाउंट में होगा। नहीं, लार्ज अमाउंट ਦਾ ਤਾਂ ਕੋਈ ਲੈਣ ਦੇਣ ਨਹੀਂ, ਉਹ ਤਾਂ ਸਿੰਪਲੀ ਡਿਪੈਂਡ ਕਰੇਗੀ ਤੁਹਾਡੀ ਅਪਲਾਈਡ ਫੋਰਸ ਦੇ ਅਕੋਰਡਿੰਗ। ਆਪਾਂ ਇਹ ਡਿਫਾਈਨ ਕੀਤਾ ਸੀ ਬੇਟਾ ਕਿ ਜੇ ਸਟੈਟਿਕ ਫ੍ਰਿਕਸ਼ਨ ਕਵਾਣਾ, ਡੈਫੀਨੇਸ਼ਨ ਚ ਇੱਕ ਵਰਡ ਲੈ ਲਾਂਗੇ, ਇਟਸ ਦਾ ਫੋਰਸ ਆਫ ਫ੍ਰਿਕਸ਼ਨ which comes into play when one body is actually at rest over the surface of another body, ठीक है, in the presence of external force। external force ਦੀ presence ਦੇ ਵਿੱਚ ਜੇ ਮੇਰੀ body ਦੂਜੀ ਸਰਫੇਸ ਦੇ ਉੱਤੇ ਰੈਸਟ ਦੀ ਸਟੇਟ 'ਚ ਰਵੇ ਬੇਟਾ, ਤੇ ਅਸੀਂ ਕਹਿੰਦੇ ਜੀ ਇਸ ਵੇਲੇ ਇਸ ਬੋਡੀ ਦੇ ਉੱਤੇ ਫ੍ਰਿਕਸ਼ਨਲ ਫੋਰਸ ਲਾਈ ਕਰਦੀ ਪਈ। ਠੀਕ ਆ, ਤੇ ਜਿਹੜੀ ਫ੍ਰਿਕਸ਼ਨਲ ਫੋਰਸ ਇਸ ਵੇਲੇ ਤੁਹਾਡੀ ਅਪਲਾਈਡ ਫੋਰਸ ਨੂੰ ਅਪੋਜ਼ ਕਰਦੀ ਹੈ ਨਾ, ਉਸ ਫ੍ਰਿਕਸ਼ਨਲ ਫੋਰਸ ਨੂੰ ਅਸੀਂ ਐਸਾ ਚ ਨਾਮ ਦਈਏ ਤਾਂ ਅਸੀਂ ਕਹਿੰਦੇ ਉਹ ਸਟੈਟਿਕ ਫ੍ਰਿਕਸ਼ਨਲ ਫੋਰਸ ਆ। क्या स्टैटिक फ्रिक्शन वर्ड समझ लग गया पहला? यस सर। चल मुझे मैं इतने गल करा, आप पिछले वाली एग्जांपल पुरानी ले रहे हैं कि भी जे 1 न्यूटन अप्लाइड फोर्स है और बॉडी नहीं मूव कर रही, इमा मेरी फ्रिक्शनल फोर्स कितनी? 1 न्यूटन। हुन जे मान लो मेरी अप्लाइड फोर्स में इतने 2 न्यूटन करना और मैं ये कहा कि भी फ्रिक्शनल फोर्स 1 ही सीगी, ਤੇ ਫਿਰ 1 ਨਿਊਟਨ ਦੇ ਡਿਫਰੈਂਸ ਦੇ ਨਾਲ ਇਹ ਬਾਡੀ ਮੇਰੇ ਕੋਲ ਸਲਾਈਡ ਕਰਨੀ ਚਾਹੀਦੀ ਹੈ, ਪਰ ਸਟਿਲ ਜੇ ਬਾਡੀ ਸਲਾਈਡ ਨਹੀਂ ਕਰਦੀ ਪਈ ਤੇ ਇਹਦਾ ਮਤਲਬ ਆ ਫ੍ਰਿਕਸ਼ਨਲ ਫੋਰਸ ਦੀ ਸਟਰੈਂਥ ਵੀ ਅੱਗੇ ਨਾਲੋਂ ਵੱਧ ਗਈ ਹੋ। ਯੈਸ ਸਰ। ਠੀਕ ਆ, ਜੇ ਆ ਵੀ 3 ਨਿਊਟਨ, ਆ ਵੀ 3, ਆ ਵੀ 4, ਆ ਵੀ 4, ਜਦੋਂ ਮੈਂ ਐਸ ਸੱਚ ਇਸ ਬਾਡੀ ਤੇ 5 ਨਿਊਟਨ ਤੱਕ ਦੀ ਫੋਰਸ ਮੰਨ ਲਓ ਨਹੀਂ ਅਪਲਾਈ ਕੀਤੀ, ठीक है, तो we observe this body remain to be in the state of rest। ਇਹਦਾ ਮਤਲਬ ਇਹ ਹੋਇਆ ਜਿੱਦਾਂ ਜਿੱਦਾਂ ਤੁਸੀਂ ਅਪਲਾਈਡ ਫੋਰਸ ਨੂੰ ਵਧਾਉਂਦੇ ਜਾ ਰਹੇ ਹੋ, ਉਸੇ ਦੇ ਪ੍ਰਪੋਰਸ਼ਨੇਟ ਤੁਹਾਡੀ ਜਿਹੜੀ ਸਟੈਟਿਕ ਫ੍ਰਿਕਸ਼ਨ ਆ ਇਹ ਵੀ ਇਨਕਰੀਜ਼ ਹੁੰਦੀ ਜਾ ਰਹੀ। ਯੈਸ ਸਰ। ਬੇਟੇ ਸਾਰਿਆਂ ਨੂੰ ਗੱਲ ਸਮਝ ਲੱਗਦੀ ਵੀ ਜੋ ਦੱਸਦਾ ਪਿਆ? ਹਾਂਜੀ ਸਰ। यस सर। ਇਹਦਾ ਮਤਲਬ ਆ ਅਪਲਾਈਡ ਫੋਰਸ ਦੇ ਪ੍ਰਪੋਰਸ਼ਨੇਟ ਤੁਹਾਡੀ ਸਟੈਟਿਕ ਫ੍ਰਿਕਸ਼ਨ ਵਧੇਗੀ। ठीक है, स्टैटिक वर्ड में ता ऐड करेंगे क्योंकि बॉडी हजे मूव नहीं की। वो कहता जे आप एक ग्राफ प्लॉट करिए, जे आप एक ग्राफ प्लॉट करिए
between the applied force and कहना जी between the frictional force, यानी ग्राफ प्लॉट करा between applied force and frictional force। ਜਦੋਂ मेरी applied force इतने 0 न्यूटन होएगी, frictional force कितनी होएगी? 0। हाँ जी सर 0। वो उच्ची बोलिया कर जे बोलना ਹੁੰਦਾ ਤੇ। यस सर 0। हाँ जी इमल जे applied force 0 आ ਤੇ frictional force भी 0, क्योंकि ਅਸੀਂ वर्ड यूज ਕੀਤੇ ਆ। फ्रिक्शनल फोर्स का कंसेप्ट उदो ओरिजिनेट होना शुरू होना जदों अप्लाइड फोर्स बॉडी ते लगेगी, इसलिए जे अप्लाइड फोर्स बॉडी ते 0 आ ते फ्रिक्शनल फोर्स भी 0, यानी ग्राफ ओरिजिन तो शुरू होएगा। उस तो बाद ਅਸੀਂ ऑब्जर्व ਕੀਤਾ जिद्दां जिद्दां अप्लाइड फोर्स इंक्रीज कर रही है द फ्रिक्शनल फोर्स विल आल्सो गोइंग ऑन इंक्रीजिंग, यानी ये दो चीजां एक दूजे नाल डायरेक्ट प्रोपोर्शनल आणगी। इन्नी गल समझ लगी? यस सर। ਹੁਣ ਜਦੋਂ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਡਾਇਰੈਕਟ ਪ੍ਰਪੋਰਸ਼ਨਲ, ਅਸੀਂ ਇੱਕ ਚੀਜ਼ ਅਬਜ਼ਰਵ ਕੀਤੀ ਬੇਟਾ, ਕਹਿੰਦਾ ਜੀ ਐਟ ਵਨ ਸਟੇਜ ਜਦੋਂ ਮੈਂ 4.99 ਨਿਊਟਨ ਦੀ ਅਪਲਾਈਡ ਫੋਰਸ ਲਾਈ ਸੀ ਤੇ ਵੀ ਅਬਜ਼ਰਵ ਬੋਡੀ ਰੈਸਟ ਤੇ ਹੈਗੀ ਆ, ਬੋਡੀ ਰੈਸਟ ਤੇ ਤਾਂ ਹੈਗੀ ਆ, ਬਟ ਇਟ ਇਜ਼ ਜਸਟ ਐਟ ਦਾ ਵਰਜ ਆਫ ਮੋਸ਼ਨ। मतलब माड़ी जी भी मैं होर बॉडी हिलाई नहीं ना, माड़ी जी भी बॉडी हिलाती तो बॉडी मोशन च आ जानी। मतलब तुसी इस वेले उस एज ते आ गए हो, आ बॉडी इत्थे पई सीगी, ये रेस्ट दी स्टेट च मैं 1 2 3 4 4.99 न्यूटन इस वेले फोर्स ला ली है। जिद्दां ही मैं 4.9 न्यूटन लगाई मैं कहा बॉडी रेस्ट विच आ, पर जिद्दां ही 4.99 न्यूटन लगाई ते वी ऑब्जर्व बॉडी जस्ट एट द वर्ज ऑफ मोशन कि माड़ा जिहा भी मैं हुण हिलाया नहीं तो बॉडी मेरी तुर पैनी। ठीक है, जदों ये सिचुएशन आएगी और उस तो बाद मैं थोड़ी जी भी फोर्स बढ़ाई बॉडी मेरी तुर पई, इहदा मतलब ये हो गया लिमिटिंग फ्रिक्शन। किनू नाम दवां? वो कहना जी इट इज द मैक्सिमम वैल्यू ऑफ स्टैटिक फ्रिक्शन, इट इज द मैक्सिमम वैल्यू ऑफ स्टैटिक फ्रिक्शन व्हेन बॉडी इज जस्ट टू बी इन द स्टेट ऑफ कहना जी रेस्ट। गल समझ लगदी पई? यस सर। यस सर। यस सर। स्टैटिक फ्रिक्शन यानी लिमिटिंग फ्रिक्शन कमा, वो कहना जी लिमिटिंग फ्रिक्शन इज नथिंग बट इट इज अनदर नेम फॉर स्टैटिक फ्रिक्शन। पर कंडीशन कि भी 0 ਆਪਾਂ 1 न्यूटन तो लैके 4.99 न्यूटन तक जो चले गए हर वेले बॉडी रेस्ट ही सीगी, पर जिद्दां ही 4.99 न्यूटन वाली कंडीशन आई ना, ये जस्ट वैल्यू मैं अपने कोलों बोलियां, कोई एक्चुअल वैल्यू नहीं हैगी। जिद्दां ही 4.99 न्यूटन अप्लाइड फोर्स हुई, ਅਸੀਂ ਨੋਟਿਸ ਕੀਤਾ ਕਿ ਵੀ ਬੋਡੀ ਸਲਾਈਡ ਕਰਨੀ ਸ਼ੁਰੂ ਕਰਨ ਲੱਗੀ। ਇਹਦਾ ਮਤਲਬ ਉਸ ਮੂਵਮੈਂਟ ਤੋਂ ਪਹਿਲਾਂ ਬੋਡੀ ਰੈਸਟ ਦੀ ਸਟੇਟ 'ਚ ਆ, ਉਸ ਮੂਵਮੈਂਟ ਤੋਂ ਬਾਅਦ ਬੋਡੀ ਮੇਰੀ ਮੋਸ਼ਨ 'ਚ ਆ ਜਾਣੀ। ਤੇ ਉਹ ਜਿਹੜੀ ਮੂਵਮੈਂਟ ਆ ਹਨਾ, ਜਦੋਂ ਬੋਡੀ ਜਸਟ ਐਟ ਦਾ ਵਰਜ ਆਫ ਮੋਸ਼ਨ ਆ, when the body is just at the verge of motion, ਠੀਕ ਹੈ, ਉਸ ਫ੍ਰਿਕਸ਼ਨਲ ਫੋਰਸ ਦਾ ਨਾਮ ਅਸੀਂ ਲਿਮਿਟਿੰਗ ਫ੍ਰਿਕਸ਼ਨ ਰੱਖਦੇ। यानी जी लिमिटिंग फ्रिक्शन आ, लिमिटिंग फ्रिक्शन स्टैटिक फ्रिक्शन नु ही कहने आ, पर स्टैटिक 1 तो लैके 4.99 तक सारी है ना, पर ओदे विचों जिहड़ी ओदी अपर लिमिट आई है जदों बॉडी रेस्ट विच ही सीगी, जिन्हों सी कहने 4.99 न्यूटन वाली, उदों बॉडी मोशन दे जस्ट स्लाइड करन ते हल्की जी भी बॉडी माड़ी स्लाइड कीती बॉडी तुर पैनी। ते ओ सिचुएशन ते जिहड़ी फ्रिक्शनल फोर्स दी मैक्सिमम वैल्यू आ ਉਹਨੂੰ ਅਸੀਂ ਨਾਮ ਲਿਮਿਟਿੰਗ ਫ੍ਰਿਕਸ਼ਨ ਦਿੰਦੇ। ਕੀ ਆ ਵਰਡ ਸਮਝ ਲੱਗਿਆ? ਯੈਸ ਸਰ। ਯੈਸ ਸਰ। ਹੁਣ ਆ ਸਾਰੀਆਂ ਜਿਹੜੀਆਂ ਆਪਾਂ ਜਿੱਤੇ ਲਾਈਨਸ ਲਾ ਰਹੇ ਹਾਂ ਹਨਾ, ਇਹ ਸਾਰੇ ਦੀਆਂ ਸਾਰੀਆਂ ਸਟੈਟਿਕ ਫ੍ਰਿਕਸ਼ਨ ਦੀ ਡਿਫਰੈਂਟ ਵੈਲਿਊਜ਼ ਨੇ, ਪਰ ਆ ਸਟੈਟਿਕ ਫ੍ਰਿਕਸ਼ਨ ਦੀ ਜਿਹੜੀ ਵੈਲਿਊ ਹੈ ਇਹ ਮੈਕਸਿਮਮ, ਇੱਥੇ ਅਸੀਂ ਕਹਿੰਦੇ ਸਟੈਟਿਕ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ। और इस पॉइंट तो बाद ਜਦੋਂ ਹੀ मैं और अप्लाइड फोर्स ਇਸ ਵੇਲੇ ਇੱਥੇ 4.99 न्यूटन ਦੀ ਆ ਕੰਡੀਸ਼ਨ ਹੈ, अप्लाइड फोर्स 4.99 न्यूटन और ਇਹਦੇ ਹਿਸਾਬ ਨਾਲ फ्रिक्शनल फोर्स ਦੀ मैक्सिमम वैल्यू आ चुकी है। क्लियर है? यस सर। यस सर। चल ਹੁਣ ਇਸ ਤੋਂ ਬਾਅਦ ਅਗਲੀ ਗੱਲ ਸਮਝੋ ਧਿਆਨ। ਕਹਿੰਦਾ ਜੀ ਕਾਇਨੈਟਿਕ ਫ੍ਰਿਕਸ਼ਨ ਕਿਹਨੂੰ ਕਹਾਂ? ਹੁਣ ਜਦੋਂ ਬੋਡੀ ਤੁਰ ਪਈ ਤੇ ਕਿਆ ਉਦੋਂ ਫ੍ਰਿਕਸ਼ਨ ਖਤਮ ਹੋ ਗਈ? नो ਆ सर। ਬੋਡੀ ਮੇਰੇ ਹੱਥ ਤੇ ਤੁਰੀ ਜਾਂਦੀ ਹੈ, ਇਸ ਵੇਲੇ ਫ੍ਰਿਕਸ਼ਨ ਖਤਮ ਹੋ ਗਈ? नो सर। ਨਹੀਂ ਹੈ ਨਾ। ਹਾਂ, ਪਰ ਇੱਕ ਚੀਜ਼ ਹੈਗੀ ਆ, ਜਿਹੜਾ ਜ਼ੋਰ ਮੈਨੂੰ ਸ਼ੁਰੂ ਚ ਲੱਗਦਾ ਪਿਆ ਸੀ ਬੋਡੀ ਖੜੀ ਨੂੰ ਤੋੜਨ ਵੇਲੇ ਹਨਾ, ਚੱਲਦੀ ਹੋਈ ਬੋਡੀ ਨੂੰ ਮੋਸ਼ਨ ਚ ਬਣਾ ਕੇ ਰੱਖਣ ਵਾਸਤੇ ਉਨਾ ਜ਼ੋਰ ਨਹੀਂ ਲੱਗਦਾ। ਕਿ ਆ ਲਾਈਨ ਸਮਝ ਲੱਗੀ? यस सर। सर
ठीक है। Yes, sir. फिर ਜਿਹੜੀ kinetic friction ਆ ਇਹਨੂੰ ਅਸੀਂ ਕੀ ਕਹੀਏ? It is a force of friction which comes into play when one body actually move over the surface of another। यानी ਜਦੋਂ body ਦੂਜੀ surface ਦੇ ਉੱਪਰ actual move ਕਰਦੀ ਆ ਉਦੋਂ ਜਿਹੜੀ frictional force ਆ ਉਹਨੂੰ ਅਸੀਂ ਕਹਿੰਦੇ ਕਿ ਵੀ ਇਹ ਮੇਰੀ kinetic friction ਹੈ। ਪਹਿਲੋ ਇੰਨੀ ਗੱਲ ਕਲੀਅਰ ਆ? Yes, sir. Yes, sir. ਹੁਣ kinetic friction ਦੀ ਜਿਹੜੀ ਵੈਲਿਊ ਆ ਉਹ ਕਿੰਨੀ ਹੋਏਗੀ? ਕਹਿੰਦਾ ਜੀ ਅਸੀਂ ਇਹ ਨੋਟਿਸ ਕੀਤਾ ਕਿ ਵੀ ਜਦੋਂ ਅਪਲਾਈਡ ਫੋਰਸ ਤੁਹਾਡੀ ਤੁਸੀਂ ਮੰਨ ਲਓ ਹੁਣ ਇੱਥੇ ਤੱਕ ਪਹੁੰਚ ਚੁੱਕੇ ਹੋ ਕਿ 5 ਨਿਊਟਨ ਅਪਲਾਈਡ ਫੋਰਸ ਲਗਾਈ ਬੋਡੀ ਤੁਰਨੀ ਸ਼ੁਰੂ ਹੋ ਗਈ। ਹੁਣ ਅਪਲਾਈਡ ਫੋਰਸ ਮੇਰੀ 6 ਨਿਊਟਨ 7 ਨਿਊਟਨ 8 ਨਿਊਟਨ 9 ਨਿਊਟਨ ਅਪਲਾਈਡ ਫੋਰਸ ਤਾਂ ਵੱਧ ਰਹੀ ਆ ਪਰ ਕਿਆ ਅਪਲਾਈਡ ਫੋਰਸ ਦੇ ਵਧਣ ਨਾਲ ਫ੍ਰਿਕਸ਼ਨਲ ਫੋਰਸ ਵੱਧ ਰਹੀ ਆ? No, sir. No, sir. ਨਹੀਂ ਵੱਧ ਰਹੀ ਨਾ। ਇਹਦਾ ਮਤਲਬ ਇਹ ਹੋਇਆ ਕਿ ਇਸ ਤੋਂ ਅਗਲੇ ਪੋਰਸ਼ਨ ਚ ਜੇ ਮੈਂ ਲਵਾਂ ਆ ਮੇਰੀ 5 ਨਿਊਟਨ ਅਪਲਾਈਡ ਫੋਰਸ ਹੋ ਗਈ। ਹੁਣ ਜੇ 6 ਨਿਊਟਨ 7 ਨਿਊਟਨ 8 ਨਿਊਟਨ ਅਪਲਾਈਡ ਫੋਰਸ ਆ ਤੇ ਅਪਲਾਈਡ ਫੋਰਸ ਦੇ ਵਧਣ ਨਾਲ ਫ੍ਰਿਕਸ਼ਨਲ ਫੋਰਸ ਹੁਣ ਇਨਕਰੀਜ਼ ਨਹੀਂ ਹੋ ਰਹੀ ਉਹ ਡਿਕਰੀਜ਼ ਹੋ ਰਹੀ ਹੈ। ਇਹਦਾ ਮਤਲਬ ਇਸ ਤੋਂ ਬਾਅਦ ਵਾਲੇ ਪੋਰਸ਼ਨ ਚ ਜੇ ਗ੍ਰਾਫ ਬਣਾਈਏ ਨਾ ਤੇ ਗ੍ਰਾਫ ਦਾ ਆ ਇੱਕ ਪੋਰਸ਼ਨ ਆਏਗਾ ਜਿਹੜੇ ਅਕੋਰਡਿੰਗਲੀ ਆਪਾਂ ਜੇ ਨੋਟਿਸ ਕਰੀਏ ਜੇ ਅਪਲਾਈਡ ਫੋਰਸ ਅੱਗੇ ਨਾਲੋਂ ਮੇਰੀ ਇਨਕਰੀਜ਼ ਹੋ ਰਹੀ ਤੇ ਅਪਲਾਈਡ ਫੋਰਸ ਦੇ ਇਨਕਰੀਜ਼ ਹੋਣ ਦੇ ਨਾਲ ਜਿਹੜੀ ਮੇਰੀ ਫ੍ਰਿਕਸ਼ਨਲ ਫੋਰਸ ਆ ਉਹ ਅੱਗੇ ਨਾਲੋਂ ਮੇਰੀ ਡਿਕਰੀਜ਼ ਹੁੰਦੀ ਜਾਏਗੀ ਬੇਟਾ। Yes, sir. ਹੁਣ ਅੱਗੇ ਆ ਜਾਓ। ਹੁਣ ਜੇ ਅਪਲਾਈਡ ਫੋਰਸ ਮੈਂ ਬਹੁਤ ਵਧਾ ਦਵਾਂ ਕਿ ਫ੍ਰਿਕਸ਼ਨ ਫੋਰਸ ਖਤਮ ਹੋ ਜੂ? ਨਹੀਂ sir. ਨਹੀਂ No, sir. ਜਦੋਂ ਕਾਰ ਰੋਡ ਦੇ ਉੱਤੇ ਚੱਲਦੀ ਆ ਫ੍ਰਿਕਸ਼ਨ ਤੇ ਹੈਗੀ ਆ ਫ੍ਰਿਕਸ਼ਨ ਤਾਂ ਖਤਮ ਹੁੰਦੀ ਨਹੀਂ। ਇਹਦਾ ਮਤਲਬ ਇਹ ਹੋ ਗਿਆ ਇੱਕ ਲਿਮਿਟ ਤੋਂ ਬਿਯੋਂਡ ਜਾ ਕੇ ਫ੍ਰਿਕਸ਼ਨਲ ਫੋਰਸ ਆਲਮੋਸਟ ਕਾਂਸਟੈਂਟ ਹੋ ਜਾਏਗੀ। ਯਾਨੀ ਅਪਲਾਈਡ ਫੋਰਸ ਦੇ ਉਸ ਤੋਂ ਬਾਅਦ ਇਨਕਰੀਜ਼ ਕਰਨ ਨਾਲ ਫ੍ਰਿਕਸ਼ਨਲ ਫੋਰਸ ਤੇ ਕੋਈ ਇਫੈਕਟ ਨਹੀਂ ਹੋਏਗਾ ਉਹ ਆਲਮੋਸਟ ਕਾਂਸਟੈਂਟ ਰਹੇਗੀ। यानी इस तो बाद ਜਿਹੜਾ ग्राफ ਦਾ पोर्शन आ हॉरिजॉन्टल लाइन मैंने शो कर रहा है कि कंटिन्यूअसली आफ्टर दैट यू आर इंक्रीजिंग द अप्लाइड फोर्स बट विद इंक्रीज इन अप्लाइड फोर्स ठीक है ऑलमोस्ट देयर इज नो चेंज इन फ्रिक्शनल फोर्स। क्या इतना समझ आया? यस सर। सर हॉरिजॉन्टल क्यों है अंदर? हां जी ये सर हॉरिजॉन्टल क्यों है अंदर फ्रिक्शनल फोर्स? नन्ने सिंपल जी गल है पुत आप ये कह रहे हैं कि हुन सच में कुल किया तेरी अप्लाइड फोर्स बढ़ती 20 न्यूटन 30 न्यूटन 40 न्यूटन होती जा रही अप्लाइड फोर्स बढ़ रही पर जे फ्रिक्शनल फोर्स उसले बढ़ती होवे सॉरी जे उस तो बाद मेरी फ्रिक्शनल फोर्स बढ़ती होवे है ना क्या फिर फ्रिक्शनल फोर्स ਅਸੀਂ नोटिस ਕੀਤਾ बढ़ती उस तो बाद? No sir। ਜੇ ਫ੍ਰਿਕਸ਼ਨਲ ਫੋਰਸ ਵੱਧਦੀ ਹੋਵੇ ਤੇ ਫਿਰ ਤਾਂ ਉਹ ਰੇਸ ਹੀ ਨਾ ਫੜੇ ਠੀਕ ਹੈ ਨਾ। ਜਦੋਂ ਤੁਸੀਂ ਐਸਐਚ ਐਕਸਲਰੇਟਰ ਦੱਬਦੇ ਜਾ ਰਹੇ ਹੋ ਠੀਕ ਹੈ ਸ਼ੁਰੂ ਚ ਗੱਡੀ ਨੂੰ ਰੇੜਨਾ ਔਖਾ ਸੀਗਾ ਪਰ ਇੱਕ ਵਾਰੀ ਤੁਰ ਪਈ ਫਿਰ ਉਹਨੂੰ ਚਲਾ ਕੇ ਰੱਖਣਾ ਸੌਖਾ ਵਾ ਕਿ ਉਨਾ ਹੀ ਔਖਾ ਜਿੰਨਾ ਰੇੜਨ ਲੱਗੇ ਸਟਾਰਟ ਵੇਲੇ ਸੀ? ਸਰ ਬਾਅਦ ਸੌਖਾ ਹੋਇਆ ਨਾ ਬਾਅਦ ਚ ਸੌਖਾ ਹੋਇਆ ਤੇ ਇਹਦਾ ਮਤਲਬ ਆ ਫ੍ਰਿਕਸ਼ਨਲ ਫੋਰਸ ਘਟਦੀ ਚਲੇਗੀ। ਕਹਿੰਦਾ ਜੀ ਯਾਨੀ ਆਹ ਪੋਰਸ਼ਨ ਆ ਗਿਆ। ਹੁਣ ਇੱਕ ਲਿਮਿਟ ਤੋਂ ਬਿਯੋਂਡ ਜੇ ਮੈਂ ਇਹ ਕਹਾਂ ਜੀ ਮੈਂ ਤਾਂ ਰੇਸ ਵਧਾਈ ਜਾ ਰਿਹਾ ਤੇ ਹੁਣ ਜੇ ਫ੍ਰਿਕਸ਼ਨਲ ਫੋਰਸ ਘਟਦੀ ਜਾਵੇ ਫਿਰ ਤਾਂ ਘਟਦੇ ਜ਼ੀਰੋ ਹੋ ਜਾਣੀ ਚਾਹੀਦੀ ਪਰ ਜ਼ੀਰੋ ਤਾਂ ਕਦੀ ਨਹੀਂ ਹੁੰਦੀ ਫ੍ਰਿਕਸ਼ਨਲ ਫੋਰਸ। ਜੇ ਜ਼ੀਰੋ ਹੋਗੀ ਤੇ ਰੋਡ ਦੇ ਉੱਤੇ ਟਾਇਰ ਮੇਰੇ ਕੋਲ ਸਟੈਂਡ ਹੀ ਨਹੀਂ ਕਰਨਾ ਠੀਕ ਹੈ ਨਾ ਟਾਇਰ ਤਾਂ ਸਲਿਪ ਹੋ ਜਾਊਗਾ। ਇਹਦਾ ਮਤਲਬ ਆ ਸਟਿਲ ਉਸ ਮੂਵਮੈਂਟ ਤੇ ਵੀ ਫ੍ਰਿਕਸ਼ਨਲ ਫੋਰਸ ਹੈਗੀ ਆ ਰੋਡ ਤੇ ਟਾਇਰ ਦੇ ਅੰਦਰ ਤੇ ਜਿਹੜੀ ਉਹ ਫ੍ਰਿਕਸ਼ਨਲ ਫੋਰਸ ਆ ਉਹ ਅਸੀਂ ਕਹਿੰਦੇ ਇੱਕ ਲਿਮਿਟ ਤੋਂ ਬਾਅਦ ਜਾ ਕੇ ਆਲਮੋਸਟ ਕਾਂਸਟੈਂਟ ਹੋ ਜਾਂਦੀ। ਇਹਦਾ ਮਤਲਬ ਆ ਅਪਲਾਈਡ ਫੋਰਸ ਤਾਂ ਉਸ ਤੋਂ ਬਾਅਦ ਵਧੇਗੀ ਪਰ ਅਪਲਾਈਡ ਫੋਰਸ ਦੇ ਨਾਲ ਫ੍ਰਿਕਸ਼ਨਲ ਫੋਰਸ ਜਿਹੜੀ ਆ ਉਹ ਐਸਐਚ ਚੇਂਜ ਨਹੀਂ ਹੋਏਗੀ। ਅਸੀਂ ਮੰਨਦੇ ਹਾਂ ਆਲਮੋਸਟ ਕਾਂਸਟੈਂਟ ਹੋ ਗਈ ਤੇ ਜੇ ਕਾਂਸਟੈਂਟ ਹੋ ਗਈ ਤੇ ਇਹਦਾ ਮਤਲਬ ਆ ਇਧਰੋਂ ਫ੍ਰਿਕਸ਼ਨਲ ਫੋਰਸ ਦੀ ਕੋਈ ਇੱਕ ਵੈਲਿਊ ਆਲਮੋਸਟ ਫਿਕਸ ਹੋ ਚੁੱਕੀ ਆ। ਹੁਣ ਇਸ ਤੋਂ ਥੱਲੇ ਤੇ ਇਸ ਤੋਂ ਉੱਤੇ ਅਸੀਂ ਕਹਿੰਦੇ ਜੀ ਫ੍ਰਿਕਸ਼ਨਲ ਫੋਰਸ ਨਹੀਂ ਜਾਏਗੀ। ਕਲੀਅਰ ਆ? ਹਾਂਜੀ ਸਰ। ਇਹਨਾਂ ਸਾਰਿਆਂ ਨੂੰ ਕਲੀਅਰ ਆ ਜੀ? यस सर। यस सर। Yes, sir. ਇਸ ਤੋਂ ਅੱਗੇ ਆਪਣਾ ਟੌਪਿਕ ਜਿਹੜਾ ਹੋਏਗਾ ਉਹ ਆਣਾ ਪੁੱਤ ਹੁਣ ਲਾਜ਼ ਆਫ ਲਿਮਿਟਿੰਗ ਫ੍ਰਿਕਸ਼ਨ ਠੀਕ ਹੈ। ਕੱਲ ਕੰਟੀਨਿਊ ਉਤੋਂ ਕਰਾਂਗਾ। ਇੱਕ ਕੰਮ ਦੇਣ ਲੱਗਿਆ ਨੋਟ ਕਰੋ ਇੱਕ ਤੇ ਜਿੰਨਾ ਮੈਂ ਫ੍ਰਿਕਸ਼ਨ ਵਾਲਾ ਪਾਰਟ ਕਰਾਇਆ ਵਾ
ठीक है, ये चंगी तरह रीड किया होवे, मैं कल इस चो कुछ भी पूछांगा, ठीक है। यस सर। दूजी गल लॉज ऑफ मोशन दे जेडे लास्ट न्यूमेरिकल आपां कीते आ, ठीक है जी, मेरे ख्याल किन्ने तक होए सीगे, लास्ट कितने तक होए, चेता किसी नूं? 17 तक होया सर। कोई बोलिया कर जपे, तो तू बहुत हौली बोलदा भाई, ए तो बिना तो बोल ही ना, फिर पता ही नहीं लगता तू की बोलदा। सर 17 तक कराया सर लास्ट में। घट्टो घट इन्नी आवाज तक काट के भी पता लगे। 17 तक कराया लास्ट, तुसी 18 19 ते 20 तीन न्यूमेरिकल ट्राई करने हैं बेटा। कल आपां न्यूमेरिकल 3 डिस्कस भी करांगे, ठीक है, प्लस इस चैप्टर को कंटिन्यू करांगे। ओके जी, यस सर। यस सर। चलो चैतन्य मैनू कोई एब्सेंट लिख के भेजने हैं। ओके बेटा।